सत श्री अकाल जी, बहुत बहुत स्वागत तुहाडा। मैं प्रीत लैके हाजिर हाँ खास प्रोग्राम। सो अज एक बार फिर तो साडे स्टूडेंट्स की गल करांगे जिहड़े कैनेडा जाना चाहते हैं। उन्हां दी गल होएगी किस तरीके दे नाल जा सकते हो। बस यही एडवाइस है कि जदों भी तुसी अपनी मंजिल ते पहुंचना शॉर्टकट लैके नहीं जाना, क्योंकि फिर तुसी अध विचाले ही रह जाओगे, पहुंच नहीं पाओगे। सो एक सही तरीके दे नाल ही तुसी अपने फ्यूचर बारे सोचो। हो सकता है रस्ता थोड़ा जिहा टफ होवे, पर तुहाडा पूरा फ्यूचर बहुत वधिया हो सकता है। सो शॉर्टकट बारे बिल्कुल ना सोचा करो, बहुत सारिया प्रॉब्लम तुहानू फेस करनिया पै सकदियां ने। सो इसे करके कोशिश करते हैं कि एक सही एडवाइस तुहानू इस शो दे विच देइए। इदां दे एक्सपर्ट्स नू बुलाइए जिन्हां नू अपनी फील्ड दे विच प्रॉपर महारत हासिल है, सालां दा एक्सपीरियंस है। बहुत सारे बच्चे अपना फ्यूचर उन्हां दे थ्रू बना चुके होण। ते जदों इदां दी गल आउंदी है तो लैंडमार्क इमीग्रेशन का नाम सब तो उपर आउंदा है। सो लैंडमार्क इमीग्रेशन तो मिस्टर जसमीत भाटिया जी मेरे नाल ने, एक बार फिर तो स्वागत कर लेने। हैलो सर। सत श्री अकाल। सो स्टूडेंट्स कैनेडा नू लैके गल करांगी। नंबर लगातार टीवी स्क्रीन ते फ्लैश हो रहे हैं, तुसी प्रॉपर भरोसा कर सकते हो। तुहाडा भी कोई ना कोई अपना दोस्त मित्र रिश्तेदार जरूर लैंडमार्क इमीग्रेशन के थ्रू अपना वीज़ा लगवा चुका होएगा। ते तुसी भी प्रॉपर तरीके दे नाल विश्वास करके इन्हां दे थ्रू अपना फ्यूचर जिहड़ा वो सैट कर सकते हो। सो सर कैनेडा की मैं गल करना चाहांगी। आपां लास्ट शो दे विच पैकेज बारे असी लास्ट दे विच गल कीती सी, क्योंकि बहुत सारे इदां दी कंपनीज़ हैगियां ने जो पैकेज दे रही ने बच्चों को, तो बच्चा भी अट्रैक्ट हो रहा। बच्चों को लगता है कि इहदे नाल मेरे नाल चीट भी नहीं होएगा, मेरा पैसा खराब नहीं होएगा, कल नूं मेरी रिफ्यूज़ल भी आ जाती है, मेरा तो कोई नुकसान नहीं हैगा ना। तो मैं दूजे तुहाडे कोलों पुछया सी, अज मैं डिटेल च पुछांगी। तो लैंडमार्क इमीग्रेशन इन्नी पुरानी कंपनी हैगी है, तुसीं अज तक क्यों नहीं सोचा कि पैकेज दे विच बच्चों दे नाल डील किया जाए, बच्चों को भी ये वाली फैसिलिटीज़ दी जाए? सो बिल्कुल सी ਜਦੋਂ ਅਸੀਂ ਇੰਨੇ ਪੁਰਾਣੇ ਹੋ ਜਾਂਦੇ ਹਾਂ ਤਾਂ ਇੱਕ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਸਾਡੇ 'ਤੇ ਕਿ ਅਸੀਂ ਇੱਕ ਸਹੀ ਗਾਈਡ ਕੀਤਾ ਜਾਵੇ ਹਰ ਸਟੂਡੈਂਟ ਨੂੰ। ਸੋ ਤੁਸੀਂ ਦੇਖਿਆ ਹੀ ਹੋਣਾ, ਹੁਣੇ 700 ਬੱਚੇ ਜਿਹੜੇ ਕੈਨੇਡਾ ਪਹੁੰਚੇ ਔਰ ਉਹਨਾਂ ਨੂੰ ਫੇਕ ਆਫਰ ਲੈਟਰਸ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿੱਦਾਂ ਆਪਾਂ ਕੈਨੇਡਾ 'ਚ ਸੈਟਲ ਹੋਣਾ, ਜਾਂ ਉਹਨਾਂ ਨੂੰ ਅੱਜ ਦੀ ਡੇਟ 'ਚ ਵੀ ਕੇਸ ਲੜਨਾ ਪੈ ਰਿਹਾ, ਪ੍ਰੂਫ ਕਰਨਾ ਪੈ ਰਿਹਾ ਕਿ ਉਹ ਜੈਨੂਇਨ ਸਟੂਡੈਂਟ ਹੈਗੇ ਆ। ਉਹ ਸਾਰੇ ਪੈਕੇਜ ਦਾ ਹੀ ਸ਼ਿਕਾਰ ਹੈ। ਔਰ ਜਿਹੜੇ ਹੁਣ ਵੀ ਪੈਕੇਜ 'ਚ ਜਾ ਰਹੇ ਆ ਉਹਨਾਂ ਨੂੰ ਵੀ ਫਿਊਚਰ ਵਿੱਚ ਇੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ, ਬਿਕੋਜ਼ ਪੈਕੇਜ ਵਿੱਚ ਬੱਚਿਆਂ ਨੂੰ ਪਹਿਲੀ ਗੱਲ ਤਾਂ ਇਹੀ ਨਹੀਂ ਪਤਾ ਹੁੰਦਾ ਕਿ ਸਾਡੀ ਫਾਈਲ ਵਿੱਚ ਲੱਗਾ ਕੀ ਹੈ, ਕਿਹੜੇ ਕਾਲਜ ਦੀ ਆਫਰ ਲੈਟਰ ਲੱਗੀ ਹੈ, ਕਿੰਨੇ ਸਾਡੀ ਫੀਸ ਪੇ ਕੀਤੀ ਹੈ, ਕਿੱਥੋਂ ਸਾਡੀ ਫਾਈਲ ਭਰੀ ਗਈ ਹੈ, ਕਾਲਜ 'ਚ ਫਾਰਮ ਕਿੱਦਾਂ ਦੇ ਭਰੇ ਗਏ ਆ, ਐਮਬੈਸੀ 'ਚ ਐਸਓਪੀ ਕਿੱਦਾਂ ਦੀ ਲਾਈ ਗਈ ਹੈ, ਜਾਂ ਕੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਨੂੰ ਭੇਜੀ ਹੈ। ਬੱਚਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਣਜਾਣ ਹੁੰਦਾ। ਸੋ ਸਟੂਡੈਂਟ ਜਦੋਂ ਆਪਾਂ ਪੈਕੇਜ ਅਪਲਾਈ ਕਰਦੇ ਹਾਂ ਤਾਂ ਆਪਾਂ ਬਿਲਕੁਲ ਆਪਾਂ ਇਗਨੋਰ ਕਰਦੇ ਹਾਂ, ਕਿਉਂਕਿ ਆਪਾਂ ਕਹਿੰਦੇ ਆਪਾਂ ਕਿਹੜਾ ਪੈਸੇ ਦਿੱਤੇ ਆ, ਪਹਿਲਾਂ ਅਸੀਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਸਪੋਜ਼ ਵੀਜ਼ਾ ਲੱਗ ਗਿਆ, ਪੈਸੇ ਤੁਸੀਂ ਦੇ ਦਿੱਤੇ, ਉਸ ਤੋਂ ਬਾਅਦ ਤੁਸੀਂ ਪਹੁੰਚੇ ਕੈਨੇਡਾ। ਹੁਣ ਤੁਸੀਂ ਪੜ੍ਹਾਈ ਕਰ ਲਈ, ਤੁਸੀਂ ਉੱਥੇ ਪਹੁੰਚ ਕੇ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਸੀ ਕਿਹੜਾ ਕਾਲਜ ਹੈ, ਜਾਂ ਤੁਸੀਂ ਕੋਈ ਪ੍ਰਾਈਵੇਟ ਕਾਲਜ 'ਚ ਸੀ, ਉੱਥੋਂ ਤੁਸੀਂ ਚੇਂਜ ਕਰ ਲਿਆ ਕਾਲਜ। ਹੁਣ ਜਿਹੜਾ ਇਹ ਕਿੱਸਾ 700 ਬੱਚਿਆਂ ਵਾਲਾ ਉੱਠਿਆ, ਜਦੋਂ ਬੱਚਿਆਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀਆਂ ਫਾਈਲਾਂ ਲਾਈਆਂ ਜਾਂ ਪੀਆਰ ਦੀਆਂ ਫਾਈਲਾਂ ਲਾਈਆਂ, ਕਿਉਂਕਿ ਉਸ ਟਾਈਮ 'ਤੇ ਆਫਲਾਈਨ ਪੇਪਰਸ ਜਮ੍ਹਾਂ ਹੁੰਦੇ ਸੀ, ਮਤਲਬ ਕਿ ਤੁਹਾਡੀ ਜਿਹੜੀ ਫਾਈਲ ਜਮ੍ਹਾਂ ਹੁੰਦੀ ਸੀ ਉਹ ਆਫਲਾਈਨ ਹੁੰਦੀ ਸੀ, ਉਹ ਆਨਲਾਈਨ ਨਹੀਂ ਹੁੰਦੀ ਸੀ। ਤਾਂ ਵੈਰੀਫਿਕੇਸ਼ਨ ਪ੍ਰੋਸੈਸ ਥੋੜ੍ਹਾ ਡਿਫਿਕਲਟ ਸੀ, ਫਿੰਗਰਪ੍ਰਿੰਟਸ ਵੀ ਨਹੀਂ ਹੁੰਦੇ ਸੀ ਉਸ ਸਮੇਂ। ਸੋ ਵੈਰੀਫਿਕੇਸ਼ਨ ਕਰਨੀ ਬਹੁਤ ਜ਼ਿਆਦਾ ਡਿਫਿਕਲਟ ਹੁੰਦੀ ਸੀ। ਸੋ ਸਟੂਡੈਂਟਸ ਜਿਹੜੇ ਬੱਚੇ ਜਦੋਂ ਉੱਥੇ ਅਸੀਂ ਪਹੁੰਚੇ ਤਾਂ ਕੀ ਕਹਿੰਦੇ ਆ, ਪਤਾ ਲੱਗਿਆ ਕਿ ਉਹਨਾਂ ਦੇ ਡਾਕੂਮੈਂਟਸ ਜਾਲੀ ਹੈ। ਹੁਣ ਜਿਹੜੇ ਵੀ ਬੱਚੇ ਪੈਕੇਜ 'ਚ ਜਾ ਰਹੇ ਨੇ ਉਹਨਾਂ ਨੂੰ ਕੀ ਪਤਾ ਕਿ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਗੇ ਜਾਂ ਆਪਣੀ ਪੀਆਰ ਅਪਲਾਈ ਕਰਨਗੇ, ਉਹਨਾਂ ਦੇ ਡਾਕੂਮੈਂਟ ਫੇਕ ਸੀ ਜਾਂ ਸਹੀ ਸੀ। ਜਿਹੜੇ ਹੁਣ ਵੀ ਜਾ ਰਹੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਹੋਏਗਾ। ਸੋ ਸਟੂਡੈਂਟਸ ਸਾਡੀ ਜਿਹੜੀ ਕੋਸ਼ਿਸ਼ ਰਹੀ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ ਯੂਕੇ ਹੈ, ਚਾਹੇ ਉਹ USA ਹੈ, ਚਾਹੇ ਉਹ ਜਰਮਨੀ ਹੈ, ਪਹਿਲੀ ਗੱਲ ਤਾਂ ਅਸੀਂ ਕਿਸੇ ਦੇ ਵੀ ਕੋਈ ਡਾਕੂਮੈਂਟਸ ਨਹੀਂ ਬਣਾਉਂਦੇ। ਲੈਂਡਮਾਰਕ ਇਮੀਗ੍ਰੇਸ਼ਨ ਦੀ ਪਹਿਲੀ ਇਹ ਚੀਜ਼ ਹੈ, ਜੇ ਕੋਈ ਸਟੂਡੈਂਟ ਐਲੀਜੀਬਲ ਹੈਗਾ ਔਰ ਉਹਦੇ ਕੋਲ ਜਿਹੜਾ ਬਜਟ ਹੈਗਾ ਜਿਹੜੇ ਕੰਟਰੀ ਦਾ, ਉਹੀ ਸਟੂਡੈਂਟ ਨੂੰ ਗਾਈਡ ਕੀਤਾ ਜਾਂਦਾ। ਸੋ ਪ੍ਰੋਪਰ ਉਹੀ ਬਜਟ ਸਟੂਡੈਂਟ ਨੂੰ ਗਾਈਡ ਕੀਤਾ ਜਾਂਦਾ। ਤੀਸਰੀ ਚੀਜ਼ ਇਹ ਹੈ ਕਿ ਕੋਈ ਵੀ ਫੰਡ ਸ਼ੋ ਲੈਂਡਮਾਰਕ ਇਮੀਗ੍ਰੇਸ਼ਨ ਨਹੀਂ ਕਰਦਾ। ਸੋ ਜੇ ਤੁਹਾਡੇ ਕੋਲ ਪ੍ਰੋਪਰ ਫੰਡਸ ਹੀ ਨਹੀਂ ਹੈਗੇ ਉਸ ਕੰਟਰੀ 'ਚ ਪੜ੍ਹਨ ਲਈ, ਤਾਂ ਤੁਹਾਨੂੰ ਕਿਉਂ ਉਸ ਕੰਟਰੀ 'ਚ ਵੀਜ਼ਾ ਮਿਲੇ। ਔਰ ਕੱਲ੍ਹ ਨੂੰ ਨਿਊਜ਼ੀਲੈਂਡ, ਆਸਟ੍ਰੇਲੀਆ ਅੱਜ ਦੇ ਡੇਟ 'ਚ ਵੀਜ਼ਾ ਰਿਵੋਕ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਕਿਉਂਕਿ ਜੈਨੂਇਨ ਫੰਡਸ ਨਹੀਂ ਲੱਗੇ ਫਾਈਲ 'ਚ। ਐਂਡ ਅੱਜ ਤੁਸੀਂ ਭਾਵੇਂ ਪਹੁੰਚ ਜਾਓਗੇ, ਬਟ ਆਉਣ ਵਾਲੇ 2-3 ਸਾਲ 'ਚ ਜਦੋਂ ਸੱਚਾਈ ਪਤਾ ਲੱਗੇਗੀ ਫਿਰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਅੱਜ ਰਿਫਿਊਜ਼ਲ ਲੈਣੀ ਮੇਰੇ ਹਿਸਾਬ ਨਾਲ ਸੌਖੀ ਹੈ, ਪਰ ਕੱਲ੍ਹ ਨੂੰ ਜਦੋਂ ਆਪਾਂ ਉੱਥੇ 2-3 ਸਾਲ ਰਹਿ ਲੈਂਦੇ ਹਾਂ, ਉਸ ਕੰਟਰੀ ਦੇ ਹੀ ਹੋ ਜਾਂਦੇ ਹਾਂ, ਉੱਥੇ ਦਾ ਸਿਸਟਮ ਸਮਝ ਲੈਂਦੇ ਹਾਂ, ਉਸ ਤੋਂ ਬਾਅਦ ਕੀ ਕਹਿੰਦੇ ਆ
ਕੀ ਕਹਿੰਦੇ ਵਾਪਸ ਆਉਣਾ ਕੈਨੇਡਾ ਬਹੁਤ ਜ਼ਿਆਦਾ ਔਖਾ ਹੈ। ਸੋ ਮੇਰੀ ਸਾਰਿਆਂ ਨੂੰ ਇਹੀ ਸਲਾਹ ਹੈਗੀ ਹੈ ਕਿ ਇੱਕ ਪ੍ਰੋਪਰ ਸਿਸਟਮ ਫੋਲੋ ਕਰੀਏ। ਕੈਨੇਡਾ 'ਚ ਆਫਰ ਲੈਟਰ ਆਉਂਦੀ ਹੈ, ਫਿਰ ਫੀਸ ਪੇ ਹੁੰਦੀ ਹੈ, ਫਿਰ GIC ਖੁੱਲ੍ਹਦਾ, ਫਿਰ GIC ਪੇ ਹੁੰਦਾ, ਫਿਰ ਇੱਕ ਆਪਣਾ ਮੈਡੀਕਲ ਹੁੰਦਾ, ਔਰ ਫਿਰ ਆਪਣੀ ਐਮਬੈਸੀ 'ਚ ਫਾਈਲ ਲੱਗਦੀ ਹੈ। ਫਾਈਲ ਪੜ੍ਹੋ, ਫਾਈਲ 'ਚ ਕੀ ਲਿਖਿਆ ਗਿਆ, SOP ਪੜ੍ਹੋ, SOP 'ਚ ਕੀ ਲਿਖਿਆ ਗਿਆ, ਸਾਰੀਆਂ ਚੀਜ਼ਾਂ ਪੜ੍ਹ ਕੇ ਆਪਣੀ ਫਾਈਲ ਲੌਜ ਕਰਾਓ। ਬਲਕਿ ਇਹ ਨਾ ਹੋਵੇ ਕਿ ਆਪਾਂ ਪੇਪਰ ਦੇ ਦਿੱਤੇ ਤੇ ਕੋਈ ਵੀ ਸਾਡੀ ਫਾਈਲ ਲੌਜ ਕਰ ਦੇਗਾ। ਆਸਟ੍ਰੇਲੀਆ 'ਚ ਕੀ ਹੁੰਦਾ, ਆਫਰ ਲੈਟਰ ਆਉਂਦੀ ਹੈ, GT ਕਲੀਅਰ ਹੁੰਦੀ ਹੈ, GT ਕਲੀਅਰ ਹੋਣ ਤੋਂ ਬਾਅਦ ਆਪਾਂ ਫੀਸ ਪੇ ਕਰਦੇ ਹਾਂ। ਸੋ ਇਹ ਸਾਰਾ ਪ੍ਰੋਸੈਸ ਹੈ। ਫੀਸ ਪੇ ਕਰਦੇ ਹਾਂ, ਐਮਬੈਸੀ ਫੀਸ ਜਾਂਦੀ ਹੈ, ਐਮਬੈਸੀ ਫੀਸ 'ਚ COE ਦੇ ਨਾਲ ਆਪਾਂ ਫਾਈਲ ਲੌਜ ਕਰਦੇ ਹਾਂ, ਫਿਰ ਆਪਣਾ ਵੀਜ਼ਾ ਆਉਂਦਾ। UK 'ਚ ਕੀ ਹੁੰਦਾ, ਆਫਰ ਲੈਟਰ ਆਉਂਦੀ ਹੈ, ਫੀਸ ਪੇ ਕਰਦੇ ਹਾਂ, ਕੈਸ਼ ਆਉਂਦਾ, ਫਿਰ ਕੈਸ਼ ਆਉਂਦਾ ਤਾਂ ਆਪਾਂ ਆਪਣੀ ਫਾਈਲ ਲੌਜ ਕਰਦੇ ਹਾਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸਾਰੀਆਂ ਸਟੂਡੈਂਟਸ ਤੁਹਾਨੂੰ ਪ੍ਰੋਪਰਲੀ ਜੇ ਤੁਸੀਂ ਸਟੈਪ ਵਾਈਜ਼ ਪ੍ਰੋਸੀਜਰ ਫੋਲੋ ਕਰੋਗੇ ਤਾਂ ਹੀ ਤੁਸੀਂ ਅੱਗੇ ਵੱਧ ਸਕੋਗੇ, ਨਹੀਂ ਤਾਂ ਤੁਸੀਂ ਕਿਤੇ ਨਾ ਕਿਤੇ ਮਿਸ ਕਰ ਦੋਗੇ। ਕੀ ਕਹਿੰਦੇ ਆ, ਜਿਹੜੀ ਓਪਰਚੁਨਿਟੀ ਤੁਹਾਡੇ ਹੱਥਾਂ 'ਚ ਹੈਗੀ ਹੈ ਔਰ ਕੱਲ੍ਹ ਨੂੰ ਉਹਦਾ ਪ੍ਰੋਪਰ ਯੂਟਿਲਾਈਜ਼ ਨਹੀਂ ਹੋ ਪਾਏਗਾ। ਸੋ ਇੱਕ ਸਟੈਪ ਵਾਈਜ਼ ਪ੍ਰੋਸੀਜਰ ਹੀ ਫੋਲੋ ਕਰੋ, ਤਾਂ ਹੀ ਕਰਕੇ ਅਸੀਂ ਇੰਨੇ ਸਾਲਾਂ ਤੋਂ ਸਟੈਪ ਵਾਈਜ਼ ਪ੍ਰੋਸੀਜਰ ਹੀ ਫੋਲੋ ਕਰਦੇ ਆ ਰਹੇ ਹਾਂ। ਬਿਲਕੁਲ ਜੀ। ਸੋ ਅੱਜ ਤੁਹਾਨੂੰ ਪੈਕੇਜ ਸਿਸਟਮ ਦੀ ਸੱਚਾਈ ਜਿਹੜੀ ਉਹ ਵੀ ਪਤਾ ਲੱਗ ਗਈ ਹੋਏਗੀ ਕਿ ਬਾਅਦ 'ਚ ਤੁਹਾਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਜੇਕਰ ਤੁਸੀਂ ਇੱਦਾਂ ਦੀ ਕੋਈ ਫੈਸਿਲਿਟੀ ਲੈਣ ਬਾਰੇ ਸੋਚ ਰਹੇ ਹੋ ਤਾਂ ਸੋਚ ਸਮਝ ਕੇ, ਇੱਕ ਪ੍ਰੋਪਰ ਫਿਊਚਰ ਬਾਰੇ ਸੋਚ ਕੇ ਤਾਂ ਹੀ ਤੁਸੀਂ ਜਿਹੜਾ ਹੈਗਾ ਉਹ ਜਿਹੜਾ ਇਸ ਫੈਸਿਲਿਟੀ ਨੂੰ ਜੇਕਰ ਲੈਣਾ ਚਾਹੁੰਦੇ ਹੋ ਤਾਂ ਹੀ ਤੁਸੀਂ ਲਓ। ਸੋ ਸਰ, ਹੁਣ ਮੈਂ ਆਵਾਂਗੀ ਕਿ ਜਿਹੜੇ ਕੈਨੇਡਾ ਦੇ ਵਿੱਚ ਬੱਚਿਆਂ ਨੇ ਜਾਣਾ ਹੈਗਾ, ਬਹੁਤ ਸਾਰੇ ਕੋਰਸਿਸ ਦੀ ਆਪਸ਼ਨ ਹੁੰਦੀ ਹੈ, ਪਰ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਹੜਾ ਕੋਰਸ ਲਵਾਂ, ਕਿਹੜਾ ਮੇਰੇ ਲਈ ਵਧੀਆ ਹੋਏਗਾ ਜਾਂ ਕਿਹਦੇ ਨਾਲ ਮੈਨੂੰ ਈਜ਼ੀ PR ਮਿਲ ਜਾਏਗੀ। ਕਿ ਕੈਨੇਡਾ ਦੇ ਵਿੱਚ ਤੁਸੀਂ ਬੱਚਿਆਂ ਨੂੰ ਇਦਾਂ ਦੇ ਕੁਝ ਕੋਰਸਿਸ ਐਡਵਾਈਸ ਕਰਦੇ ਹੋ ਜਿਨ੍ਹਾਂ ਲਈ PR ਈਜ਼ੀ ਹੋ ਜਾਏ ਜਿਨ੍ਹਾਂ ਨੂੰ ਲੈਣ ਤੋਂ ਬਾਅਦ? ਸੋ ਬਿਲਕੁਲ, ਸਟੂਡੈਂਟਸ ਇੱਦਾਂ ਦੇ ਬਹੁਤ ਸਾਰੇ ਕੋਰਸਿਸ ਹੈਗੇ ਆ ਜਿਨ੍ਹਾਂ ਤੋਂ ਲੈਣ ਤੋਂ ਬਾਅਦ PR ਈਜ਼ੀ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਦੇਖੋ, ਹੁਣ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਕੈਨੇਡਾ ਦੇ, ਉਹਨਾਂ ਨੇ ਵੀ ਅਨਾਉਂਸ ਕਰਤਾ ਹੈ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਹਨਾਂ ਵਿੱਚ ਜਿਹੜਾ ਵੀ ਆਪਾਂ ਕੋਰਸ ਕਰਾਂਗੇ ਉਹਦੇ 'ਚ PR ਲੈਣੀ ਸੌਖੀ ਰਹੇਗੀ। ਸੋ ਇਹ ਬਹੁਤ ਇੰਪੋਰਟੈਂਟ ਅਪਡੇਟ ਹੈ ਔਰ ਸਟੂਡੈਂਟਸ ਨੂੰ ਇਹ ਚੀਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਕਿੰਨਾ ਕੁ ਇੰਪੋਰਟੈਂਟ ਹੈਗਾ ਉਹਨਾਂ ਵਾਸਤੇ। ਔਰ ਸਟੂਡੈਂਟਸ ਬਿਜ਼ਨਸ ਐਂਡ ਹੌਸਪਿਟੈਲਿਟੀ 'ਤੇ ਜ਼ਿਆਦਾ ਫੋਕਸ ਕਰਦੇ ਆ, ਈਜ਼ੀ ਪ੍ਰੋਗਰਾਮਸ 'ਤੇ ਜ਼ਿਆਦਾ ਫੋਕਸ ਕਰਦੇ ਆ, ਤਾਂ ਫਿਊਚਰ ਵਿੱਚ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਥੋੜ੍ਹਾ ਜਿਹਾ ਹਟਣਾ ਪਏਗਾ। ਆਪਾਂ ਨੂੰ ਇੱਦਾਂ ਦੇ ਪ੍ਰੋਗਰਾਮਸ ਲੈਣੇ ਪੈਣਗੇ ਜਿਹੜੇ ਇਸ ਫੀਲਡ 'ਚ ਬਹੁਤ ਜ਼ਿਆਦਾ ਜਿਨ੍ਹਾਂ ਦੀ ਰਿਕੁਆਇਰਮੈਂਟ ਹੋਏਗੀ। ਜਿਵੇਂ ਅਸੀਂ ਗੱਲ ਕਰੀਏ IT ਦਾ, ਇਨਫੋਰਮੇਸ਼ਨ ਟੈਕਨੋਲੋਜੀ ਰਿਲੇਟਡ ਜਿੰਨੇ ਵੀ ਪ੍ਰੋਗਰਾਮ ਹੈਗੇ ਆ, ਚਾਹੇ ਉਹ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਹੈਗਾ, ਕੰਪਿਊਟਰ ਪ੍ਰੋਗਰਾਮਿੰਗ ਹੈਗਾ, ਐਨੀਮੇਸ਼ਨ ਹੈਗਾ, ਗ੍ਰਾਫਿਕ ਡਿਜ਼ਾਈਨ ਹੈਗਾ, ਗੇਮ ਡਿਜ਼ਾਈਨ ਹੈਗਾ, ਇਹਨਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਫਿਊਚਰ ਵਿੱਚ। ਇਸ ਤੋਂ ਇਲਾਵਾ ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਮੋਟਿਵ ਪਾਵਰ ਟੈਕਨੀਸ਼ੀਅਨ ਜਿਹਨੂੰ ਅਸੀਂ ਆਟੋਮੋਬਾਈਲ ਇੰਜੀਨੀਅਰਿੰਗ ਵੀ ਕਹਿੰਦੇ ਆ, ਪਾਵਰ ਇੰਜੀਨੀਅਰਿੰਗ, ਇਲੈਕਟ੍ਰੀਕਲ ਵਹੀਕਲ ਇੰਜੀਨੀਅਰਿੰਗ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਪਲੰਬਿੰਗ ਟੈਕਨੀਸ਼ੀਅਨ, ਵੈਲਡਿੰਗ ਟੈਕਨੀਸ਼ੀਅਨ, ਹੀਟਿੰਗ ਐਂਡ ਵੈਂਟੀਲੇਸ਼ਨ ਟੈਕਨੀਸ਼ੀਅਨ, ਇੰਡਸਟਰੀਅਲ ਮਿਲਰਾਈਟ ਟੈਕਨੀਸ਼ੀਅਨ, ਹੈਵੀ ਡਿਊਟੀ ਇਕੁਇਪਮੈਂਟ ਟੈਕਨੀਸ਼ੀਅਨ। ਸੋ ਜਿਹੜੇ ਵੀ ਇਹ ਟੈਕਨੀਕਲ ਕੋਰਸਿਸ ਹੈਗੇ ਆ, ਇਹਨਾਂ ਦਾ ਬਹੁਤ ਵੱਡਾ ਸਕੋਪ ਰਹੇਗਾ ਕੈਨੇਡਾ 'ਚ। ਅਸੀਂ ਮੈਡੀਕਲ ਲਾਈਨ 'ਚ ਦੇਖੀਏ ਤਾਂ ਐਨਵਾਇਰਮੈਂਟਲ ਟੈਕਨੀਸ਼ੀਅਨ, ਬਾਇਓਲੋਜੀ, ਬੈਚਲਰਸ ਇਨ ਬਾਇਓਲੋਜੀ, bachelors in psychology, bachelors in sociology, bachelors in clinical sciences, bachelors in kinesiology ਜਾਂ kinesiology ਦਾ ਡਿਪਲੋਮਾ, associate degree science, green house technician, landscape technician, ਕੀ ਕਹਿੰਦੇ ਆ, ਮਸਾਜ ਥੈਰੇਪਿਸਟ, occupational therapist, early childhood education, education support needs। ਸੋ ਬੜੀ ਲੰਬੀ ਲਿਸਟ ਹੈਗੀ ਹੈ ਜਿਹੜੇ ਬੱਚੇ ਇੱਦਾਂ ਦੇ ਸਾਇੰਸ ਰਿਲੇਟਡ ਜਿਹੜੇ ਟੈਕਨੀਕਲ ਪ੍ਰੋਗਰਾਮਸ ਕਰਨਗੇ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਜੌਬਸ ਅਵੇਲੇਬਲ ਹੈਗੀਆਂ। ਸੋ ਸਟੂਡੈਂਟਸ, ਜਦੋਂ ਵੀ ਤੁਸੀਂ ਕੰਸਲਟੈਂਟ ਦੀ ਜਿਹਨੂੰ ਕਹਿੰਦੇ ਆ ਕਿ ਚੂਜ਼ ਕਰਨੀ, ਤੁਸੀਂ ਦੇਖਣਾ ਹੈ ਕਿ ਤੁਹਾਨੂੰ ਫਿਊਚਰ ਜਾ ਕੇ ਕਿੱਦਾਂ ਸੈਟਲਮੈਂਟ ਮਿਲੇਗੀ, ਕਿਹੜੇ ਕੋਰਸਿਸ ਅਸੀਂ ਕਰਾਂਗੇ ਤਾਂ ਉੱਥੇ ਜਾ ਕੇ ਸਾਨੂੰ PR ਦੀਆਂ ਆਪਸ਼ਨਸ ਈਜ਼ੀ ਰਹਿਣਗੀਆਂ। ਸੋ ਬਿਲਕੁਲ ਜੀ, ਸਰ ਨੇ ਤੁਹਾਨੂੰ ਇੱਕ ਲੰਬੀ ਲਿਸਟ ਦੇ ਦਿੱਤੀ ਹੈਗੀ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਕੋਰਸਿਸ ਲੈ ਕੇ ਜਾਂਦੇ ਹੋ ਤਾਂ PR ਦੀਆਂ ਆਪਸ਼ਨਸ ਤੁਹਾਨੂੰ ਈਜ਼ੀ ਮਿਲ ਪਾਉਣਗੀਆਂ। ਸਰ, ਇਹਦੇ ਚਲੋ ਇਹ ਤਾਂ ਕੋਰਸਿਸ ਦੀ ਗੱਲ ਹੋਗੀ, ਇੱਦਾਂ ਹੀ ਕੋਈ ਕੁਝ ਇੱਕ ਪ੍ਰੋਵਿੰਸ ਵੀ ਹੈਗੇ ਨੇ ਕੈਨੇਡਾ ਦੇ ਵਿੱਚ ਕਿ ਹਾਂ ਬੱਚਾ ਆ ਪ੍ਰੋਵਿੰਸ ਨੂੰ ਚੂਜ਼ ਕਰਦਾ ਹੈ, ਉੱਥੇ ਚਾਹੁੰਦਾ ਤੇ ਈਜ਼ੀ PR ਮਿਲ ਜਾਏਗੀ ਉਹਨਾਂ ਨੂੰ? ਬਿਲਕੁਲ, ਬਹੁਤ ਅੱਛਾ ਸਵਾਲ ਹੈ ਤੁਹਾਡਾ ਕਿ ਬਹੁਤ ਸਾਰੇ ਸਟੂਡੈਂਟ ਅੱਜ ਦੀ ਡੇਟ 'ਚ ਫੋਕਸ ਕਰਦੇ ਆ ਕਿ ਸਿਰਫ ਮੈਂ ਬਰੈਂਪਟਨ ਜਾਣਾ, ਮੈਂ ਮਿਸੀਸਾਗਾ ਜਾਣਾ, ਮੈਂ ਸਕਾਰਬਰੋ ਜਾਣਾ, ਮੈਂ ਇਸ ਤੋਂ ਇਲਾਵਾ ਕਿਤੇ ਜਾਣਾ ਹੀ ਨਹੀਂ। ਸੋ ਸਟੂਡੈਂਟਸ ਦੇਖੋ, ਅੱਜ ਦੀ ਡੇਟ 'ਚ ਇਹਨਾਂ ਏਰੀਆਜ਼ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਜਾ ਰਿਹਾ ਹੈ
ਤਾਂ ਹੀ ਕਰਕੇ ਸਾਨੂੰ ਸੁਣਨ 'ਚ ਲੱਗਦਾ ਕਿ ਜੌਬਸ ਨਹੀਂ ਮਿਲ ਰਹੀਆਂ। ਹੁਣ ਹਰ ਬੱਚਾ ਹੀ ਇੱਥੇ ਜਾ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਜੌਬਸ ਮਿਲਣੀਆਂ ਕਿਤੇ ਨਾ ਕਿਤੇ ਦਿੱਕਤਾਂ ਆਉਣਗੀਆਂ ਹੀ ਆਉਣਗੀਆਂ। ਸੋ ਸਟੂਡੈਂਟਸ ਆਪਾਂ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ ਜਿਹੜੇ ਏਰੀਆਜ਼ 'ਚ ਪਹਿਲੀ ਗੱਲ ਤਾਂ ਈਜ਼ੀ ਪੀਆਰ ਹੋਵੇ ਔਰ ਨਿਊਅਰ ਸਿਟੀਜ਼ ਹੋਣ। ਪਹਿਲੀ ਸਭ ਤੋਂ ਚੀਜ਼ ਨਵੀਂ ਸ਼ਹਿਰ 'ਚ ਜਾਣ ਦਾ ਹੈ ਕਿ ਤੁਸੀਂ ਪੀਸਫੁਲ ਹੋਵੋਗੇ। ਸੋ ਤੁਸੀਂ ਇੱਕ ਤਾਂ ਇੰਡੀਆ ਛੱਡ ਕੇ ਜਾ ਰਹੇ ਹੋ ਔਰ ਉਸ ਤੋਂ ਬਾਅਦ ਸੇਮ ਚੀਜ਼ ਤੁਸੀਂ ਉੱਥੇ ਪਹੁੰਚਦੇ ਹੋ, ਇੰਨਾ ਰਸ਼ ਹੈ ਔਰ ਆਲੇ ਦੁਆਲੇ ਤੁਹਾਨੂੰ ਇੰਡੀਅਨਸ ਹੀ ਇੰਡੀਅਨਸ ਨਜ਼ਰ ਆ ਰਹੇ ਹਨ। ਨੋਬਡੀ ਇਜ਼ ਹੈਲਪਿੰਗ, ਆਪਣਾ ਸਾਰੇ ਕੰਮ ਕਰੀ ਜਾ ਰਹੇ ਹਨ। ਮੈਨੂੰ ਲੱਗਦਾ ਕਿ ਛੋਟੇ ਸ਼ਹਿਰਾਂ 'ਚ ਇਹ ਕਮੀਆਂ ਨਹੀਂ ਹੈਗੀਆਂ। ਐਵਰੀਬਡੀ ਇਜ਼ ਹੈਲਪਿੰਗ ਦੇਅਰ ਕਿਉਂਕਿ ਉੱਥੇ ਇੰਨਾ ਰਸ਼ ਨਹੀਂ ਹੈਗਾ, ਤੁਹਾਨੂੰ ਪੀਸਫੁਲ ਇਨਵਾਇਰਨਮੈਂਟ ਮਿਲਦਾ ਹੈ, ਤੁਸੀਂ ਆਪਣੀ ਪੜ੍ਹਾਈ 'ਤੇ ਵੀ ਕੰਸਨਟਰੇਟ ਕਰ ਸਕਦੇ ਹੋ ਐਂਡ ਜੌਬਸ ਵੀ ਸੂਨਰ ਔਰ ਲੇਟਰ ਮਿਲ ਜਾਂਦੀਆਂ। ਸੋ ਸਟੂਡੈਂਟਸ ਇਸ ਚੀਜ਼ ਦਾ ਧਿਆਨ ਰੱਖਣਾ ਆਪਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਕਿਹੜਾ ਸ਼ਹਿਰ ਕਿਹੜਾ ਪ੍ਰੋਵਿੰਸ ਚੂਜ਼ ਕਰ ਰਹੇ ਹਾਂ। ਹੁਣ ਓਨਟਾਰੀਓ ਦੇ ਅੰਦਰ ਵੀ ਇੱਦਾਂ ਦੀਆਂ ਸਿਟੀਜ਼ ਹੈਗੀਆਂ ਜਿਹੜੀਆਂ RNIP ਦੇ ਅੰਡਰ ਆਉਂਦੀਆਂ, ਜਿਵੇਂ ਕਿ ਸਡਬਰੀ ਹੋ ਗਿਆ RNIP ਦੇ ਅੰਡਰ ਆਉਂਦਾ, ਸੂ ਸੇਂਟ ਮੈਰੀ ਹੋ ਗਿਆ RNIP ਦੇ ਅੰਡਰ ਆਉਂਦਾ, ਟਿਮਿਨਸ ਹੋ ਗਿਆ RNIP ਦੇ ਅੰਡਰ ਆਉਂਦਾ, ਥੰਡਰ ਬੇ ਹੋ ਗਿਆ, ਨਾਰਥ ਬੇ ਹੋ ਗਿਆ RNIP ਦੇ ਅੰਡਰ ਆਉਂਦਾ। ਫਿਰ ਉਸ ਤੋਂ ਬਾਅਦ ਸਸਕੈਚੁਅਨ ਇੱਕ ਇੱਦਾਂ ਦਾ ਪ੍ਰੋਵਿੰਸ ਹੈਗਾ ਜਿਹੜਾ ਮੈਨੂੰ ਲੱਗਦਾ ਕਿ ਬੱਚੇ ਇਹਦੇ ਬਾਰੇ ਨਹੀਂ ਜਾਣਦੇ ਜ਼ਿਆਦਾ। ਸੋ ਸਸਕੈਚੁਅਨ ਪੋਲੀਟੈਕਨਿਕ ਇੱਕ ਕਾਲਜ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਯੂਨੀਵਰਸਿਟੀ ਆਫ ਰਜਾਈਨਾ ਇੱਕ ਕਾਲਜ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਯੂਨੀਵਰਸਿਟੀ ਹੈ, ਪਬਲਿਕ ਯੂਨੀਵਰਸਿਟੀ ਹੈ ਜਿੱਥੇ ਡਿਪਲੋਮਾਸ ਅਵੇਲੇਬਲ ਹੈਗੇ ਹੈ ਐਂਡ ਆਫਰ ਲੈਟਰ ਵੀ ਬਹੁਤ ਜਲਦੀ ਆ ਰਹੀ ਹੈ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ BC ਵਿੱਚ ਕੁਝ ਇੱਦਾਂ ਦੇ ਸ਼ਹਿਰ ਹੈਗੇ ਜਿੱਥੇ ਵੀ ਮੈਂ ਬੱਚੇ ਭੇਜੇ ਆ ਜਿੱਥੇ ਬਹੁਤ ਜ਼ਿਆਦਾ ਬੱਚੇ ਖੁਸ਼ ਹੈ। ਕੋਮੌਕਸ, ਨਾਰਥ ਆਈਲੈਂਡ ਕਾਲਜ, ਨਾਰਦਰਨ ਲਾਈਟਸ ਕਾਲਜ ਜੇ ਅਸੀਂ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਜਿਹਨੂੰ ਕਹਿੰਦੇ ਆ ਸਹੀ ਕਾਲਜ ਹੈਗਾ। ਸੈਲ ਕ੍ਰਿਕ ਕਾਲਜ, ਕਾਲਜ ਆਫ ਦ ਰੌਕੀਜ਼, ਬੜੇ ਅੱਛੀਆਂ ਲੋਕੇਸ਼ਨਸ ਹਨ ਜਿੱਥੇ ਬੱਚਿਆਂ ਨੂੰ ਜਾ ਕੇ ਕੰਮ ਵੀ ਮਿਲ ਰਿਹਾ ਔਰ PR ਵੀ ਮਿਲ ਰਹੀ ਹੈ। ਅਲਬਰਟਾ ਨੂੰ ਦੇਖੀਏ ਤਾਂ ਅਲਬਰਟਾ 'ਚ ਵੀ ਕਿਆਨੋ ਕਾਲਜ ਫੋਰਟ ਮੈਕਮਰੀ 'ਚ ਹੈ ਜਿੱਥੇ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ ਬੱਚਿਆਂ ਨੂੰ। ਫਿਰ ਲੈਥਬ੍ਰਿਜ ਕਾਲਜ ਹੈ, ਮੈਡੀਸਨ ਹੈਟ ਕਾਲਜ ਹੈ, ਨਾਰਕਵੈਸਟ ਕਾਲਜ ਹੈ, ਪਾਓ ਵੈਲੀ ਕਾਲਜ ਹੈ। ਸੋ ਅਲਬਰਟਾ ਵਿੱਚ ਵੀ ਅੱਛੀਆਂ ਆਪਸ਼ਨਸ ਹੈਗੀਆਂ। ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਜਿਹੜਾ ਨਿਊ ਬਰੂਨਜ਼ਵਿਕ ਪ੍ਰੋਵਿੰਸ 'ਚ ਹੈ, ਉੱਥੇ 4 ਜੁਲਾਈ ਨੂੰ ਸਪਟੈਂਬਰ ਇਨਟੇਕ ਦੀਆਂ ਐਡਮਿਸ਼ਨਸ ਓਪਨ ਹੋਣ ਜਾ ਰਹੀਆਂ, ਸਪਟੈਂਬਰ 24 ਦੀਆਂ। ਸੋ 1 ਸਾਲ ਦੀ ਵੇਟਿੰਗ ਚੱਲਦੀ ਹੈ ਉੱਥੇ। ਜੇ ਤੁਸੀਂ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ 'ਚ ਅਪਲਾਈ ਕਰਨਾ ਚਾਹੁੰਦੇ ਹੋ ਕਿਉਂਕਿ ਪੂਰੇ ਕੈਨੇਡਾ ਤੋਂ ਸਭ ਤੋਂ ਜ਼ਿਆਦਾ ਅਫੋਰਡੇਬਲ ਕਾਲਜ ਹੈ, $10,000 ਉਹਦੀ ਫੀਸ ਹੈ, ਤਾਂ ਤੁਸੀਂ ਉੱਥੇ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ ਬਟ ਸਪਟੈਂਬਰ 24 ਲਈ। ਸੋ ਕਾਫੀ ਸਾਰੇ ਪ੍ਰੋਵਿੰਸ ਇੱਦਾਂ ਦੇ ਹੈਗੇ ਜਿੱਥੇ PR ਈਜ਼ੀ ਮਿਲਦੀ ਹੈ। ਸੋ ਤੁਸੀਂ ਵਧੇਰੀ ਜਾਣਕਾਰੀ ਲਈ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ। ਲੁਧਿਆਣਾ ਫਿਰੋਜ਼ ਗਾਂਧੀ ਮਾਰਕੀਟ ਵਿੱਚ ਸਾਡਾ ਆਫਿਸ ਹੈਗਾ। ਅੰਮ੍ਰਿਤਸਰ ਰਣਜੀਤ ਐਵੇਨਿਊ 'ਚ ਸਾਡਾ ਆਫਿਸ ਹੈਗਾ। ਜਲੰਧਰ ਨੀਅਰ ਬੱਸ ਸਟੈਂਡ ਸਾਡਾ ਆਫਿਸ ਹੈਗਾ। ਮੋਗਾ ਅਕਾਲਸਰ ਚੌਂਕ 'ਚ ਸਾਡਾ ਆਫਿਸ ਹੈਗਾ। ਬਠਿੰਡਾ ਅਜੀਤ ਰੋਡ ਤੇ ਲੈਂਡਮਾਰਕ ਇਮੀਗ੍ਰੇਸ਼ਨ ਦਾ ਆਫਿਸ ਹੈ। ਮੋਹਾਲੀ ਫੇਸ 8B ਸਾਡਾ ਆਫਿਸ ਹੈ। ਚੰਡੀਗੜ੍ਹ ਸੈਕਟਰ 17 'ਚ ਸਾਡਾ ਆਫਿਸ ਹੈ। ਕਰਨਾਲ ਨੀਅਰ DAV ਕਾਲਜ ਸਾਡਾ ਆਫਿਸ ਹੈਗਾ। ਜੀਂਦ ਸਾਡਾ ਆਫਿਸ ਹੈ। ਜੰਮੂ ਆਫਿਸ ਹੈ ਐਂਡ ਵਡੋਦਰਾ ਅਟਲਾਂਟਿਸ K10 ਗੈਂਡਾ ਸਰਕਲ ਗੁਜਰਾਤ 'ਚ ਸਾਡਾ ਆਫਿਸ ਹੈ। ਤੁਸੀਂ ਨੀਅਰੈਸਟ ਆਫਿਸ ਵਿਜ਼ਿਟ ਕਰੋ ਔਰ ਆਪਣੇ ਜਿੰਨੇ ਵੀ ਡਾਊਟ ਹੈਗੇ ਸਾਰੇ ਕਲੀਅਰ ਕਰ ਸਕਦੇ ਹੋ। ਬਿਲਕੁਲ ਜੀ, ਸਹੀ ਐਡਵਾਈਸ ਕੋਈ ਵੀ ਲੈਣਾ ਚਾਹੁੰਦੇ ਹੋ ਜਿੱਦਾਂ ਦਾ ਵੀ ਤੁਹਾਡਾ ਪ੍ਰੋਫਾਈਲ ਹੈਗਾ ਤੁਸੀਂ ਡਿਸਕਸ ਕਰ ਸਕਦੇ ਹੋ। ਚਾਹੇ ਸਾਡਾ ਸ਼ੋਅ ਕੈਨੇਡਾ ਨੂੰ ਲੈ ਕੇ ਡੈਡੀਕੇਟ ਹੈ, ਇਸ ਤੋਂ ਇਲਾਵਾ ਵੀ ਤੁਸੀਂ ਆਸਟ੍ਰੇਲੀਆ, ਜਰਮਨੀ, UK, US ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਐਡਵਾਈਸ ਪ੍ਰੋਪਰ ਤਰੀਕੇ ਦੇ ਨਾਲ ਲੈ ਸਕਦੇ ਹੋ। ਅੱਛਾ ਸਰ, ਮੈਂ ਗੱਲ ਕਰਨਾ ਚਾਹਾਂਗੀ ਕਿਉਂਕਿ ਇੰਨੀ ਦਿਨੀ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਕੁਝ ਦੇਖ ਰਹੇ ਹਾਂ ਕੈਨੇਡਾ ਨੂੰ ਲੈ ਕੇ। ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲ ਰਿਹਾ, ਸੈਟਲਮੈਂਟ ਨਹੀਂ ਹੋ ਰਹੀ, ਬੱਚੇ ਰੁਲ ਰਹੇ ਨੇ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਖੁਦ ਕੈਨੇਡਾ ਜਾਂਦੇ ਹੋ, ਬੱਚਿਆਂ ਨੂੰ ਮਿਲ ਕੇ ਵੀ ਆਉਂਦੇ, ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਵੀ ਜਾਂਦੇ ਹੋ, ਕਿ ਵਾਕਈ ਹਾਲਾਤ ਇੰਨੇ ਬੁਰੇ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ? ਨਹੀਂ, ਸੋ ਇਦਾਂ ਬਿਲਕੁਲ ਨਹੀਂ ਹੈਗਾ। ਸੋ ਬਹੁਤ ਸਾਰੇ ਇਹਦੇ ਪਿੱਛੇ ਵੀ ਫੈਕਟਰਸ ਹੋ ਜਾਂਦੇ ਆ ਕਿ ਬੱਚੇ ਕਿਉਂ ਨਹੀਂ ਕੰਮ ਕਰ ਪਾਉਂਦੇ। ਫਰਸਟ ਚੀਜ਼ ਤਾਂ ਕੈਨੇਡਾ 'ਚ ਇਹ ਮੈਟਰ ਕਰਦੀ ਹੈ ਕਿ ਤੁਹਾਡੀਆਂ ਕਮਿਊਨੀਕੇਸ਼ਨ ਸਕਿੱਲਸ। ਸੋ ਬੱਚਾ ਇੰਗਲਿਸ਼ 'ਚ ਕਿੰਨਾ ਵਧੀਆ ਕਮਿਊਨੀਕੇਟ ਕਰਦਾ ਹੈ, ਇਹ ਬਹੁਤ ਵੱਡਾ ਮੈਟਰ ਕਰੇਗਾ ਤੁਹਾਨੂੰ ਜੌਬ ਲੈਣ 'ਚ। ਦੂਜੀ ਚੀਜ਼ ਹੈ ਬੱਚਾ ਕਿੰਨਾ ਕੌਨਫੀਡੈਂਟ ਹੈਗਾ। ਕੌਨਫੀਡੈਂਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕੀ ਕਰ ਸਕਦੇ ਹਾਂ, ਮਤਲਬ ਕੌਨਫੀਡੈਂਟਲੀ ਆਪਾਂ ਕਿੰਨੀ ਇੰਟਰਵਿਊ ਦੇ ਸਕਦੇ ਹਾਂ, ਕਿੱਦਾਂ ਆਪਾਂ ਜਿਹੜਾ ਸਾਡੀ ਇੰਟਰਵਿਊ ਲੈ ਰਿਹਾ ਇਹਨੂੰ ਇੰਪ੍ਰੈਸ ਕਰ ਸਕਦੇ ਹਾਂ। ਥਰਡ ਇਹ ਗੱਲ ਹੁੰਦੀ ਹੈ ਕਿ ਬੱਚਾ ਕਿੰਨਾ ਕੀ ਕਹਿੰਦੇ ਆ ਵਰਸਟਾਈਲ ਹੈਗਾ, ਕਿੰਨੀ ਜ਼ਿਆਦਾ ਜੌਬਸ ਜਾ ਕੇ ਲੱਭੇਗਾ, ਕਿੰਨਾ ਐਫਰਟ ਕਰੇਗਾ। ਸੋ ਬੱਚੇ ਘਰ ਬੈਠੇ ਸੋਚਦੇ ਆ ਕਿ ਸਾਨੂੰ ਜੌਬ ਮਿਲ ਜਾਏ, ਦੈਟ ਇਜ਼ ਨਾਟ ਪੋਸੀਬਲ। ਸਾਨੂੰ ਘਰ ਆ ਕੇ ਕੋਈ ਨਹੀਂ ਜੌਬ ਦੇਣ ਵਾਲਾ। ਦੂਸਰੀ ਚੀਜ਼ ਹੈ ਬੱਚਿਆਂ ਨੂੰ ਇਨਐਕਸਪੀਰੀਅੰਸ ਆ। ਜੋ ਮੇਰਾ ਫੀਡਬੈਕ ਹੈਗਾ ਇੰਪਲੋਇਰਸ ਤੋਂ ਮੈਂ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਾਂਗਾ ਕਿ ਬੱਚੇ ਬੜੇ ਇਨਐਕਸਪੀਰੀਅੰਸ ਹੁੰਦੇ ਆ, ਖਾਸ ਕਰਕੇ 12ਵੀਂ ਪਾਸ ਬੱਚੇ ਉਹ ਡਿਸਿਪਲਿਨਡ ਨਹੀਂ ਹੁੰਦੇ। ਜਿਵੇਂ ਉਹ ਸਵੇਰੇ 9 ਵਜੇ ਡਿਊਟੀ ਸ਼ੁਰੂ ਹੋ ਰਹੀ ਹੈ ਤਾਂ ਉਹ 10 ਵਜੇ ਆਉਂਦੇ ਆ, ਸ਼ਾਮੀ ਜਿਵੇਂ 6 ਵਜੇ ਡਿਊਟੀ ਖਤਮ ਹੋਣੀ ਹੈ ਤਾਂ ਉਹ 5 ਵਜੇ ਜਾਣ ਦੀ ਗੱਲ ਕਰਨਾ ਸ਼ੁਰੂ ਹੋ ਜਾਂਦੇ ਆ।
ਮੋਬਾਈਲ ਫੋਨ ਦਾ ਯੂਜ਼ ਬਹੁਤ ਕਰਦੇ ਆ ਕੰਮ 'ਚ ਧਿਆਨ ਨਹੀਂ ਦਿੰਦੇ। ਸੋ ਜਿਹੜੇ 12ਵੀਂ ਪਾਸ ਬੱਚੇ ਆ ਉਹਨਾਂ ਦੀ ਵੀ ਗਲਤੀ ਨਹੀਂ, ਉਹਨਾਂ ਨੂੰ ਕਦੀ ਜੌਬ ਨਹੀਂ ਕੀਤੀ ਹੁੰਦੀ। ਸੋ ਮੇਰੀ ਪੇਰੈਂਟਸ ਨੂੰ ਐਡਵਾਈਸ ਹੈ ਕਿ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਗਾਈਡ ਕਰੀਏ ਕਿ ਕਿੱਦਾਂ ਜੌਬਸ ਹੈ, ਜਾਂ ਇੱਥੋਂ ਜਾਣ ਤੋਂ ਪਹਿਲਾਂ ਆਪਣੇ ਕੰਮ 'ਚ ਜਾਂ ਕਿਤੇ ਹੋਰ ਐਸੇ ਆਫਿਸ 'ਚ ਲਗਾ ਦਈਏ ਤਾਂ ਕਿ ਉਹਨਾਂ ਨੂੰ ਇੱਕ ਐਕਸਪੀਰੀਅੰਸ ਹੋ ਸਕੇ ਕਿ ਕਿੱਦਾਂ ਜੌਬ ਕਰਨੀ ਹੈ। ਸੋ ਸਟੂਡੈਂਟਸ ਜੌਬਸ ਬਿਲਕੁਲ ਅਵੇਲੇਬਲ ਹੈ, ਆਪਾਂ ਨੂੰ ਇੱਕੋ ਥਾਂ 'ਤੇ ਕੰਸਨਟ੍ਰੇਸ਼ਨ ਨਹੀਂ ਕਰਨੀ, ਨਵੀਆਂ ਲੋਕੇਸ਼ਨਸ ਦੀ ਭਾਲ ਕਰਨੀ ਹੈ ਐਂਡ ਆਪਾਂ ਦੇਖਣਾ ਹੈ ਕਿ ਜੌਬ ਕਿੱਦਾਂ ਲਈ ਜਾ ਸਕਦੀ ਹੈ। ਹਰ ਕਾਲਜ ਦੇ ਅੰਦਰ ਜੌਬ ਸੈਂਟਰ ਹੈ, ਹਰ ਕਾਲਜ ਦੇ ਅੰਦਰ ਜੌਬ ਸੈਂਟਰ ਹੈ, ਜਿਹੜੇ ਜੌਬ ਸੈਂਟਰ ਹੈਲਪ ਕਰਦਾ ਹਰ ਸਟੂਡੈਂਟ ਨੂੰ ਜੌਬ ਲੱਭਣ 'ਚ। ਉਹਨਾਂ ਕੋਲ ਜਾਓ, ਉਹਨਾਂ ਦੀ ਮਦਦ ਲਓ ਕਿ ਕਿੱਦਾਂ ਜੌਬ ਮਿਲ ਸਕਦੀ ਹੈ, ਕਿੱਦਾਂ ਜੌਬ ਨਹੀਂ ਮਿਲ ਸਕਦੀ, ਐਂਡ ਉਹਨੂੰ ਐਕਸਪਲੋਰ ਕਰੋ, ਪੂਰੇ ਸ਼ਹਿਰ 'ਚ ਵਿਜ਼ਿਟ ਕਰੋ, ਦੇਖੋ ਕਿ ਕਿੱਥੇ ਜੌਬਸ ਅਵੇਲੇਬਲ ਹੈਗੀਆਂ। ਐਂਡ ਜੌਬਸ ਅਵੇਲੇਬਲ ਹੈਗੀਆਂ ਕੈਨੇਡਾ ਵਿੱਚ, ਇੱਦਾਂ ਦੀ ਕੋਈ ਨਿਊਜ਼ ਨਹੀਂ ਹੈਗੀ। ਬਟ ਯੈਸ, ਜੇ ਤੁਸੀਂ ਸਾਰੇ ਹੀ ਇੱਕੋ ਥਾਂ 'ਤੇ ਕੰਸਨਟਰੇਟ ਹੋਵੋਗੇ ਤਾਂ ਜੌਬਸ ਦੀ ਦਿੱਕਤਾਂ ਆ ਸਕਦੀਆਂ। ਅੱਛਾ ਸਰ, ਜਿਵੇਂ ਤੁਸੀਂ ਕਿਹਾ ਕਿ ਬੱਚੇ ਇਸ ਟਾਈਮ, ਜਿਵੇਂ ਹੁਣ ਬੱਚਿਆਂ ਨੇ ਕਈਆਂ ਨੇ 10 ਅਗਸਤ ਤੋਂ ਬਾਅਦ ਜਾਣਾ, ਕਈਆਂ ਦਾ ਸਤੰਬਰ ਇਨਟੇਕ ਹੈ, ਕਈਆਂ ਦਾ ਜਨਵਰੀ ਇਨਟੇਕ ਹੈਗਾ, ਉਹਨਾਂ ਕੋਲ ਟਾਈਮ ਕਾਫੀ ਹੁੰਦਾ। ਸੋ ਇੱਥੇ ਕਿੱਦਾਂ ਦੀਆਂ ਜੌਬਸ ਜਾਂ ਕਿੱਦਾਂ ਦੀਆਂ ਸਕਿੱਲਸ ਸਿੱਖ ਕੇ ਜਾ ਸਕਦਾ ਹੈ ਬੱਚਾ, ਜਿਹੜਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਜਾ ਕੇ ਫਾਇਦਾ ਪਹੁੰਚੇ? ਸੋ ਡੈਫੀਨਿਟਲੀ ਸਟੂਡੈਂਟਸ ਜਿਹੜੇ ਵੀ ਹੁਣ ਇੱਥੋਂ ਜਾਣਾ ਚਾਹੁੰਦੇ ਨੇ, ਔਰ ਉਹਨਾਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਕੰਪਿਊਟਰ ਸਿੱਖ ਲੈਣਾ ਚਾਹੀਦਾ, ਕਿਉਂਕਿ ਐਵਰੀਥਿੰਗ ਇਜ਼ ਔਨ ਕੰਪਿਊਟਰ। ਸੋ ਸਭ ਕੁਝ ਕੰਪਿਊਟਰ 'ਤੇ ਹੀ ਹੈਗਾ, ਕੰਪਿਊਟਰ ਚਲਾਉਣਾ ਆਉਣਾ ਚਾਹੀਦਾ ਹੈ। ਥੋੜ੍ਹੇ ਕੁਝ ਅਕਾਊਂਟ, ਸੌਫਟਵੇਅਰ, ਬਿਲਿੰਗ ਕਿੱਦਾਂ ਹੁੰਦੀ ਹੈ, ਡੈਬਿਟ ਕ੍ਰੈਡਿਟ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਸ਼ਾਮੀ ਜੇ ਅਸੀਂ ਕਿਸੇ ਸਟੋਰ 'ਤੇ ਕੈਸ਼ੀਅਰ ਲੱਗ ਜਾਂਦੇ ਹਾਂ, ਕਿਤੇ ਹੈਲਪਰ ਵੀ ਲੱਗਦੇ, ਸ਼ਾਮੀ ਹਿਸਾਬ ਦੇਣਾ ਪੈਣਾ ਸਕਦਾ ਹੈ। ਔਰ ਆਪਾਂ ਨੂੰ ਇੱਕ ਓਨੈਸਟੀ ਔਰ ਲੋਇਲਟੀ ਬਹੁਤ ਜ਼ਿਆਦਾ ਰੱਖਣੀ ਚਾਹੀਦੀ ਹੈ, ਕੋਈ ਵੀ ਹਿਸਾਬ 'ਚ ਹੇਰ ਫੇਰ ਨਹੀਂ ਹੋਣਾ ਚਾਹੀਦਾ। ਸੈਕੰਡਲੀ ਸਟੂਡੈਂਟਸ ਕੀ ਕਹਿੰਦੇ ਆ, ਇੱਥੇ ਆਪਾਂ ਰਹਿੰਦੇ ਹਾਂ ਤਾਂ ਸਾਨੂੰ ਕੁਕਿੰਗ ਬਹੁਤ ਜ਼ਿਆਦਾ ਜ਼ਰੂਰੀ ਆਉਣੀ ਚਾਹੀਦੀ ਹੈ, ਕਿਉਂਕਿ ਕੁਕਿੰਗ ਜੇ ਆਉਂਦੀ ਹੋਏਗੀ ਤਾਂ ਆਪਾਂ ਬਹੁਤ ਜ਼ਿਆਦਾ ਪੈਸੇ ਬਚਾ ਸਕਦੇ ਹਾਂ। ਜੇ ਆਪਾਂ ਨੂੰ ਕੁਕਿੰਗ ਨਹੀਂ ਆਉਂਦੀ ਹੋਏਗੀ ਤਾਂ ਆਪਾਂ ਪੈਸੇ ਨਹੀਂ ਬਚਾ ਸਕਦੇ। ਡੇਲੀ ਬਾਹਰੋਂ ਖਾਣਾ ਬਹੁਤ ਔਖਾ ਹੈ, ਸੋ ਕੁਕਿੰਗ ਦਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਬੱਚਿਆਂ ਨੂੰ, ਜਿਹੜੇ ਵੀ ਕੈਨੇਡਾ ਟਰੈਵਲ ਕਰ ਰਹੇ ਨੇ ਸਟੱਡੀ ਵੀਜ਼ਾ 'ਤੇ ਜਾਂ ਕਿਸੇ ਵੀ ਵੀਜ਼ਾ 'ਤੇ। ਔਰ ਥਰਡਲੀ ਸਟੂਡੈਂਟਸ ਆਪਾਂ ਨੂੰ ਕੀ ਕਹਿੰਦੇ ਆ, ਜਿਹਨੂੰ ਕਹਿੰਦੇ ਕਮਿਊਨੀਕੇਸ਼ਨ ਸਕਿੱਲਸ 'ਤੇ ਆਪਣੀ ਵਰਕਆਊਟ ਜ਼ਰੂਰ ਕਰ ਲੈਣਾ ਚਾਹੀਦਾ ਕਿ ਆਪਾਂ ਕਿੱਦਾਂ ਕਮਿਊਨੀਕੇਟ ਕਰਦੇ ਹਾਂ ਇੰਗਲਿਸ਼ ਵਿੱਚ, ਕਿਉਂਕਿ ਆਪਾਂ ਆਈਲੈਟਸ ਦਿੰਦੇ ਹਾਂ ਜਸਟ ਟੂ ਗੈਟ ਥਰੂ ਦਾ ਆਈਲੈਟਸ ਐਗਜ਼ਾਮ ਐਂਡ ਗੈਟ ਵੀਜ਼ਾ, ਬਟ ਐਕਚੁਅਲ ਕਮਿਊਨੀਕੇਸ਼ਨ ਸਾਡੀ ਬੱਚਿਆਂ ਦੀ ਕਈਆਂ ਦੀ ਵੀਕ ਹੁੰਦੀ ਹੈ। ਸੋ ਕਮਿਊਨੀਕੇਸ਼ਨ ਸਕਿੱਲਸ 'ਤੇ ਆਪਾਂ ਨੂੰ ਜ਼ਰੂਰ ਕੰਮ ਕਰ ਲੈਣਾ ਚਾਹੀਦਾ। ਤੀਜਾ, ਡਿਸਿਪਲਿਨ ਬਹੁਤ ਜ਼ਿਆਦਾ ਮੈਟਰ ਕਰੇਗਾ, ਕੰਮ 'ਤੇ ਜਾਣਾ, ਕੰਮ 'ਤੇ ਟਾਈਮ ਸਿਰ ਆਉਣਾ, ਇਹ ਬਹੁਤ ਜ਼ਿਆਦਾ ਮੈਟਰ ਕਰੇਗਾ। ਔਰ ਕਲਾਸਿਸ ਵੀ ਟਾਈਮ ਸਿਰ ਅਟੈਂਡ ਕਰਨੀਆਂ ਬਹੁਤ ਜ਼ਿਆਦਾ ਮੈਟਰ ਕਰੇਗਾ ਕੱਲ੍ਹ ਨੂੰ ਫਿਊਚਰ ਵਿੱਚ। ਜੀ, ਸੋ ਸਰ ਇੱਕ ਹੋਰ ਸਵਾਲ ਰਹੇਗਾ ਕਿ ਬੱਚਿਆਂ ਨੇ ਜੇਕਰ ਅਸੀਂ ਗੱਲ ਕਰੀਏ, ਕਿਉਂਕਿ ਪੰਜਾਬੀ ਬੱਚਿਆਂ ਦੀ ਇੱਕ ਸੋਚ ਵੀ ਬਣ ਚੁੱਕੀ ਹੈ, ਹਮੇਸ਼ਾ ਐਡਵਾਈਸ ਵੀ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਕੈਨੇਡਾ ਪਹੁੰਚੇ ਹੋ ਕਰਨੀ ਤਾਂ ਉੱਥੇ ਜਾ ਕੇ ਲੇਬਰ ਹੀ ਹੈ, ਸੋ ਜਿਹੜਾ ਮਰਜ਼ੀ ਅਸੀਂ ਕੋਰਸ ਲੈ ਕੇ ਚਲੇ ਜਾਈਏ। ਕਿ ਬੱਚਿਆਂ ਨੂੰ ਵਾਕਈ, ਪੰਜਾਬੀ ਬੱਚਿਆਂ ਨੂੰ ਉੱਥੇ ਵਾਈਟ ਕਾਲਰ ਜੌਬਸ ਨਹੀਂ ਮਿਲ ਪਾਉਂਦੀਆਂ? ਜੇਕਰ ਆਪਸ਼ਨ ਹੈਗੀ ਹੈ ਤਾਂ ਕਿੱਦਾਂ ਦੇ ਕੋਰਸਿਸ ਲੈ ਕੇ ਜਾਣ, ਕਿੱਦਾਂ ਦੇ ਕੋਰਸ ਨੂੰ ਲੈ ਕੇ ਕਿੱਦਾਂ ਦੀ ਜੌਬ ਬੱਚਿਆਂ ਨੂੰ ਮਿਲ ਪਾਏਗੀ? ਸੋ ਸਟੂਡੈਂਟਸ ਆਪਾਂ ਦੇਖੀਏ ਕਿ ਪਹਿਲੀ ਗੱਲ ਤਾਂ ਵਾਈਟ ਕਾਲਰ ਜੌਬ ਲੈਣ ਲਈ ਆਪਾਂ ਨੂੰ ਉੱਦਾਂ ਦੇ ਕੋਰਸ ਕਰਨੇ ਪੈਣੇ, ਆਪਣੇ ਬੱਚੇ ਉੱਦਾਂ ਦੇ ਕੋਰਸਿਸ ਹੀ ਨਹੀਂ ਕਰਦੇ। ਦੂਜੀ ਚੀਜ਼ ਹੈ, ਬੱਚੇ ਚਾਹੇ ਕੰਪਿਊਟਰ ਦਾ ਡਿਪਲੋਮਾ ਕਰਦੇ ਆ ਬਟ ਕੰਮ ਟਿਮ ਹਾਰਟਨਸ 'ਤੇ ਹੀ ਕਰਦੇ ਆ, ਉੱਥੇ ਹੀ ਸੁਪਰਵਾਈਜ਼ਰ ਲੱਗ ਕੇ PR ਲੈ ਲੈਂਦੇ ਆ, IT ਵਿੱਚ ਆਪਣਾ ਐਕਸਪਲੋਰ ਨਹੀਂ ਕਰਦੇ। ਸੋ ਸਟੂਡੈਂਟਸ, ਜੋ ਚੀਜ਼ ਆਪਾਂ ਪੜ੍ਹਨ ਗਏ ਆ ਪਹਿਲਾਂ ਤਾਂ ਆਪਾਂ ਉਹਦੇ 'ਤੇ ਕੰਸਨਟਰੇਟ ਕਰੀਏ ਕਿ ਅਸੀਂ ਉੱਦਾਂ ਦਾ ਜਿਹੜਾ ਕੋਰਸ ਕੀਤਾ ਉਹਦੇ ਵਿੱਚ ਜੌਬ ਲੱਭ ਰਹੇ ਹਾਂ ਕਿ ਨਹੀਂ ਲੱਭ ਰਹੇ ਹਾਂ। ਤੀਜੀ ਚੀਜ਼ ਹੈ, ਸਾਰੇ ਬੱਚੇ ਹੀ ਡਿਪਲੋਮਾ 'ਤੇ ਬਹੁਤ ਜ਼ਿਆਦਾ ਫੋਕਸ ਕਰਦੇ ਆ, ਬੈਚਲਰ ਡਿਗਰੀ ਵੱਲ ਬੱਚਿਆਂ ਦਾ ਬਹੁਤ ਘੱਟ ਫੋਕਸ ਹੈ। ਸੋ ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਆਪਾਂ ਬੈਚਲਰ ਡਿਗਰੀ 'ਤੇ ਵੀ ਫੋਕਸ ਕਰੀਏ, ਕਿਉਂਕਿ ਬੈਚਲਰ ਡਿਗਰੀ 'ਤੇ ਜੇ ਫੋਕਸ ਹੋਏਗਾ ਤਾਂ ਤੁਹਾਨੂੰ ਬਹੁਤ ਅੱਛੀਆਂ ਜੌਬਸ ਮਿਲ ਸਕਣਗੀਆਂ। ਨੋਰਮਲੀ ਬੱਚਿਆਂ ਦਾ ਜਿਹੜਾ ਫੋਕਸ ਹੈਗਾ ਉਹ ਡਿਪਲੋਮਾ 'ਤੇ ਹੀ ਹੈਗਾ, ਬੈਚਲਰ ਡਿਗਰੀ 'ਤੇ ਨਹੀਂ ਹੈਗਾ। ਔਰ ਸਟੂਡੈਂਟਸ, ਜਦੋਂ ਅਸੀਂ ਵਾਈਟ ਕਾਲਰ ਜੌਬ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਆਪਣੇ ਟੀਚਰਸ ਹੈ, ਪ੍ਰੋਫੈਸਰਸ ਹੈ, ਸਾਨੂੰ ਉਹਨਾਂ ਨਾਲ ਬਣਾ ਕੇ ਰੱਖਣੀ ਪਏਗੀ ਤਾਂ ਕਿ ਸਾਨੂੰ ਇੰਡਸਟਰੀਅਲ ਐਕਸਪੀਰੀਅੰਸ ਮਿਲ ਸਕੇ। ਔਰ ਜਿਹੜੀਆਂ ਕੋਆਪ ਜਾਂ ਇੰਟਰਨਸ਼ਿਪ ਸਾਨੂੰ ਆਪਣੇ ਕੋਰਸ 'ਚ ਮਿਲਦੀਆਂ, ਉਹਦੇ 'ਚ ਆਪਾਂ ਜੌਬ ਲੱਭਣ ਦੀ ਕੋਸ਼ਿਸ਼ ਕਰੀਏ। ਸੋ ਬਹੁਤ ਸਾਰੇ ਤਰੀਕੇ ਹੈਗੇ ਚੰਗੀਆਂ ਜੌਬਸ ਲੈਣ ਦੇ ਕੈਨੇਡਾ 'ਚ, ਪਰ ਸਾਡੇ ਸਟੂਡੈਂਟਸ ਨੂੰ ਐਕਸਪਲੋਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬਿਲਕੁਲ ਜੀ, ਸਰ ਨੇ ਜਿਵੇਂ ਦੱਸਿਆ, ਕਿਉਂਕਿ ਬੱਚਿਆਂ ਦੀ ਸ਼ਿਕਾਇਤ ਤਾਂ ਹਮੇਸ਼ਾ ਰਹਿੰਦੀ ਹੈ ਔਰ ਬੱਚਿਆਂ ਦੀ ਸੋਚ ਵੀ ਇੱਕ ਹੀ ਬਣੀ ਹੋਈ ਹੈ ਕਿ ਚਲੋ ਠੀਕ ਹੈ ਜੀ, ਜਿਹੜਾ ਮਰਜ਼ੀ ਕੋਰਸ ਹੋ ਜਾਵੇ, ਅਸੀਂ ਕੈਨੇਡਾ ਪਹੁੰਚ ਜਾਈਏ ਤੇ ਫਿਰ ਜਿਹੜਾ ਮਰਜ਼ੀ ਤੁਸੀਂ ਕੋਰਸ ਲੈ ਕੇ ਜੇਕਰ ਗਏ ਹੋ ਤੇ ਵਾਈਟ ਕਾਲਰ ਜੌਬਸ ਤੁਹਾਨੂੰ ਮਿਲਣਗੀਆਂ ਵੀ ਨਹੀਂ। ਹਾਂ, ਜੇਕਰ ਤੁਸੀਂ ਕੋਰਸ ਉੱਦਾਂ ਦਾ ਚੂਜ਼ ਕਰਦੇ ਹੋ, 1-2 ਸਾਲ ਦੀ ਮਿਹਨਤ ਹੁੰਦੀ ਹੈ, ਉਸ ਤੋਂ ਬਾਅਦ ਤੁਹਾਡਾ ਪੂਰਾ ਫਿਊਚਰ ਜਿਹੜਾ ਉਹ
ਸੈੱਟ ਹੋ ਜਾਂਦਾ ਹੈ। ਸੋ ਜੇਕਰ ਇੱਥੇ ਤੁਸੀਂ ਇੰਡੀਆ ਦੇ ਵਿੱਚ ਵੀ ਰਹਿੰਦੇ ਹੋ ਤਾਂ ਵੀ ਬੱਚਾ ਸੋਚਦਾ ਹੈ ਕਿ ਮੈਂ ਵਧੀਆ ਤੋਂ ਵਧੀਆ ਇੱਥੇ ਇੰਜੀਨੀਅਰਿੰਗ ਵੀ ਕਰਦੇ ਹਾਂ, ਮੈਡੀਕਲ ਵੀ ਕਰਦੇ ਹਾਂ ਜਾਂ BSc ਲੈਂਦੇ ਹਾਂ। ਅਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਆਪਸ਼ਨ ਹੁੰਦੀ ਆ, ਫਿਰ ਅਸੀਂ ਕੈਨੇਡਾ ਜਾਣ 'ਤੇ ਕਿਉਂ ਸੋਚਦੇ ਹਾਂ ਕਿ ਅਸੀਂ ਕੈਨੇਡਾ ਜਾਣਾ, ਇੱਕ ਸਿੰਪਲ ਜਿਹਾ ਕੋਰਸ ਸਾਨੂੰ ਮਿਲ ਜਾਏ। ਸੋ ਇੰਨੀ ਵੀ ਪੜ੍ਹਾਈ ਉੱਥੇ ਟਫ ਨਹੀਂ ਹੈਗੀ। ਤੁਸੀਂ ਇੱਕ ਵਧੀਆ ਕੋਰਸ, ਵਧੀਆ ਕਾਲਜ ਚੂਜ਼ ਕਰੋ, ਜ਼ਰੂਰ ਤੁਹਾਨੂੰ ਜਿਹੜੀਆਂ ਹੈਗੀਆਂ ਵਾਈਟ ਕਾਲਰ ਜੌਬਸ ਮਿਲਣਗੀਆਂ। ਫੋਕਸ ਕਰਿਆ ਕਰੋ। ਬੱਚੇ ਜਾਂਦੇ ਹੀ ਇਹ ਸੋਚ ਲੈਂਦੇ ਨੇ ਕਿ ਮੈਨੂੰ ਕੰਮ ਵੱਧ ਤੋਂ ਵੱਧ ਕਰਨਾ ਪੈ ਜਾਏ, ਮੇਰਾ ਪੈਸਾ ਵੱਧ ਤੋਂ ਵੱਧ ਬਣ ਜਾਏ, ਕਾਲਜ ਅਸੀਂ ਅਟੈਂਡ ਨਹੀਂ ਕਰਦੇ, ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਤੁਹਾਡਾ ਪੂਰਾ ਫਿਊਚਰ 2-3 ਸਾਲ 'ਤੇ ਡਿਪੈਂਡ ਕਰਦਾ, ਤੁਹਾਡਾ ਹੀ ਕੀ ਤੁਹਾਡੀ ਪੂਰੀ ਫੈਮਿਲੀ ਦਾ, ਕਿਉਂਕਿ ਕੈਨੇਡਾ ਇੱਦਾਂ ਦੀ ਕੰਟਰੀ ਹੈਗੀ ਆ ਜੋ ਤੁਹਾਡੇ ਸਪਾਊਸ ਨੂੰ ਵੀ ਸੈਟਲ ਕਰ ਦਿੰਦਾ। ਜੇਕਰ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਜਾਣਾ ਚਾਹੁੰਦੇ, ਆਪਣੇ ਮਮ ਡੈਡ, ਉਹ ਵੀ ਜਾ ਸਕਦੇ ਨੇ, ਬੱਚੇ ਵੀ ਜਾ ਸਕਦੇ ਨੇ। ਸੋ ਇੰਨੀਆਂ ਸਾਰੀਆਂ ਆਪਸ਼ਨਸ ਹੈਗੀਆਂ ਨੇ, ਤੇ ਜੇਕਰ ਅਸੀਂ 2-3 ਸਾਲ ਮਿਹਨਤ ਕਰ ਲਾਂਗੇ ਤੇ ਬਹੁਤ ਵਧੀਆ ਰਹੇਗਾ ਸਾਡੇ ਲਈ। ਅੱਛਾ ਸਰ, ਕਈ ਵਾਰ ਨਾ ਬੱਚੇ ਇੱਥੋਂ 1-1 ਸਾਲ ਦਾ ਕੋਰਸ ਲੈ ਕੇ ਵੀ ਚਲੇ ਜਾਂਦੇ ਨੇ, ਕੋਈ ਡਿਪਲੋਮਾ ਲੈ ਲਿਆ, ਤੇ ਜਦੋਂ ਬੱਚਾ 1 ਸਾਲ ਦਾ ਡਿਪਲੋਮਾ ਲੈ ਕੇ ਜਾਂਦਾ ਤੇ ਉਹਨੂੰ PR ਮਿਲ ਜਾਂਦੀ ਹੈ ਉੱਥੇ? ਤੁਸੀਂ ਦੇਖੋ 1 ਸਾਲ ਦਾ ਡਿਪਲੋਮਾ ਕਈ ਸਾਰੀ ਪ੍ਰੋਵਿੰਸਿਸ 'ਚ ਤਾਂ ਠੀਕ ਹੈ, ਜਿਵੇਂ ਕਿ ਸਸਕੈਚੁਅਨ ਵਿੱਚ ਜੇ ਤੁਹਾਡੇ ਪੁਆਇੰਟਸ ਸਿਰਫ 25-30 ਪੁਆਇੰਟ ਕੱਢਦੇ ਪਏ ਆ ਤਾਂ ਸਸਕੈਚੁਅਨ 'ਚ 1 ਸਾਲ ਦਾ ਡਿਪਲੋਮਾ ਲੈ ਕੇ ਅਸੀਂ PR ਲੈ ਸਕਦੇ ਹਾਂ। ਫਿਰ ਅਸੀਂ ਗੱਲ ਕਰੀਏ ਕਿ ਅਲਬਰਟਾ ਵਿੱਚ 1 ਸਾਲ ਵਾਲੇ ਨੂੰ PR ਲੈਣੀ ਆਪਸ਼ਨ ਹੀ ਨਹੀਂ ਅਵੇਲੇਬਲ ਹੈਗੀ, ਉੱਥੇ 2 ਸਾਲ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ। ਜੇ ਤੁਸੀਂ ਅਲਬਰਟਾ ਦੇ ਜਿਹੜੇ ਸਪੈਸ਼ਲ ਸਟੂਡੈਂਟਸ ਨੋਮੀਨੀ ਪ੍ਰੋਗਰਾਮ 'ਚ PR ਲੈਣਾ ਚਾਹੁੰਦੇ ਹੋ ਤਾਂ 2 ਸਾਲ ਦੀ ਪੜ੍ਹਾਈ ਕਰਨੀ ਜ਼ਰੂਰੀ ਹੈਗੀ ਅਲਬਰਟਾ ਪ੍ਰੋਵਿੰਸ 'ਚ। ਸੋ ਕਈ ਪ੍ਰੋਵਿੰਸਿਸ ਇੱਦਾਂ ਦੇ ਵੀ ਹੈਗੇ ਆ, ਮੈਨੀਟੋਬਾ ਵਿੱਚ ਵੀ ਕਈ ਵਾਰੀ ਜਦੋਂ ਬੱਚੇ 2 ਸਾਲ ਆਲਰੇਡੀ ਓਨਟਾਰੀਓ ਤੋਂ ਪੜ੍ਹੇ ਹੁੰਦੇ ਆ ਤਾਂ ਉਹ ਮੈਨੀਟੋਬਾ ਜਾ ਕੇ PR ਲੈ ਸਕਦੇ ਆ 1 ਸਾਲ ਦੀ ਪੜ੍ਹਾਈ ਕਰਕੇ। ਔਰ ਕਈ ਵਾਰੀ ਬੱਚੇ ਜਿਵੇਂ 2 ਸਾਲ ਟੋਰਾਂਟੋ ਤੋਂ ਪੜ੍ਹ ਲੈਂਦੇ ਆ ਔਰ ਨਿਊ ਫਾਊਂਡਲੈਂਡ, ਨਿਊ ਬਰੂਨਸਵਿਕ ਵਰਗੇ ਪ੍ਰੋਵਿੰਸਿਸ 'ਚ ਜਾ ਕੇ ਵੀ 1 ਸਾਲ ਦੀ ਪੜ੍ਹਾਈ ਕਰ ਸਕਦੇ ਆ। ਬਟ ਮੈਂ ਟੂ ਬੀ ਔਨ ਦ ਸੇਫਰ ਸਾਈਡ ਜਿਹੜੇ ਸਟੂਡੈਂਟ ਅੰਡਰ ਗ੍ਰੈਜੂਏਟ ਆ ਉਹਨਾਂ ਨੂੰ 2 ਸਾਲ ਦਾ ਡਿਪਲੋਮਾ ਹੀ ਲੈਣਾ ਚਾਹੀਦਾ। But for postgraduate level, you can choose 1-year program and you can choose another 1-year program when you are in Canada. ਸੋ ਬਿਲਕੁਲ ਜੀ, ਸੋ ਬਹੁਤ ਸਾਰੀਆਂ ਤੁਹਾਡੇ ਕੋਲ ਆਪਸ਼ਨਸ ਬਹੁਤ ਕੈਨੇਡਾ ਨੂੰ ਲੈ ਕੇ ਅੱਜ ਅਸੀਂ ਗੱਲ ਕਰ ਰਹੇ ਹਾਂ। ਪ੍ਰੋਪਰ ਸਰ ਨੇ ਐਡਵਾਈਸ ਵੀ ਦਿੱਤੀ ਹੈ ਤੁਹਾਨੂੰ ਕਿਹੜੇ ਕੋਰਸਿਸ ਲੈਣੇ, ਕਿਹੜਾ ਕਾਲਜ ਲੈਣਾ, ਕਿਹੜਾ ਪ੍ਰੋਵਿੰਸ ਲੈਣਾ, ਕਿੱਥੇ ਜਾ ਕੇ ਤੁਹਾਨੂੰ ਕੀ ਫਾਇਦਾ ਪਹੁੰਚੇਗਾ। ਸੋ ਸਰ ਲਾਸਟ ਦੇ ਵਿੱਚ ਉਹਨਾਂ ਬੱਚਿਆਂ ਦੀ, ਅੱਜ ਦੇ ਹਮੇਸ਼ਾ ਹੀ ਅਸੀਂ ਕਰਦੇ ਹਾਂ, ਪਰ ਲਾਸਟ ਦੇ ਵਿੱਚ ਉਹਨਾਂ ਬੱਚਿਆਂ ਦੀ ਵੀ ਗੱਲ ਕਰ ਲਈਏ ਜਿਹੜੇ 10 ਅਗਸਤ ਦਾ ਵੇਟ ਕਰ ਰਹੇ ਨੇ ਕਿ ਹੁਣ 5.5 ਵਾਲੇ ਬੱਚੇ ਵੀ ਜਾ ਪਾਉਣਗੇ, PT ਵਾਲੇ ਬੱਚੇ ਵੀ ਜਾ ਪਾਉਣਗੇ, ਟੋਫਲ ਵਾਲੇ ਬੱਚੇ ਵੀ ਜਾ ਪਾਉਣਗੇ। ਪਿਛਲੇ ਸ਼ੋਅ 'ਚ ਤੁਸੀਂ ਇੱਕ ਹੋਰ ਵੀ ਕੋਰਸ ਦੱਸਿਆ ਸੀ, ਟੈਸਟ ਜਿਹੜਾ ਉਹ ਦੇ ਕੇ ਵੀ ਹੁਣ ਬੱਚਾ ਜਾ ਸਕਦਾ ਹੈ। ਸੋ ਥੋੜ੍ਹੀ ਜਿਹੀ ਉਹਨਾਂ ਨੂੰ ਦੱਸੋ, ਐਡਵਾਈਸ ਦਿਓ ਬੱਚਿਆਂ ਨੂੰ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਪਲਾਈ ਕਰਨਾ, ਕੀ ਆਪਸ਼ਨਸ ਰਹਿਣਗੇ ਉਹਨਾਂ ਦੇ ਲਈ? ਸੋ ਸਟੂਡੈਂਟਸ ਦੇਖੋ, ਪਹਿਲੀ ਗੱਲ ਤਾਂ 10 ਅਗਸਤ ਦੇ ਬੱਚੇ ਐਲੀਜੀਬਲ ਹੈਗੇ, ਜਿਵੇਂ PT ਵਾਲੇ ਹੋ ਗਏ ਜਾਂ 1 'ਚ 5.5 ਬੈਂਡ ਵਾਲੇ ਹੋ ਗਏ, ਉਹਨਾਂ ਨੂੰ ਜਲਦ ਤੋਂ ਜਲਦ ਆਪਣਾ ਹੁਣੇ ਤੋਂ ਹੀ ਆਪਣੇ ਆਫਰ ਲੈਟਰ ਮੰਗਾ ਲੈਣੀ ਚਾਹੀਦੀ ਹੈ ਔਰ ਆਪਣਾ ਫਾਈਲ ਜਿਹੜੀ ਹੈ ਰੈਡੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਟਾਈਮ ਨਹੀਂ ਰਹਿ ਗਿਆ। 10 ਅਗਸਤ 'ਚ ਵੀ 40 ਦਿਨ ਹੀ ਰਹਿ ਗਏ ਨੇ। ਔਰ 10 ਅਗਸਤ ਨੂੰ ਜਦੋਂ ਤੁਹਾਡੀ ਫਾਈਲ ਰੈਡੀ ਹੋ ਜਾਂਦੀ ਹੈ ਤਾਂ ਜਲਦ ਤੋਂ ਜਲਦ ਆਪਣੀ ਫਾਈਲ ਲੌਜ ਕਰ ਦੇਣੀ ਚਾਹੀਦੀ ਹੈ ਐਮਬੈਸੀ 'ਚ, ਤਾਂ ਕਿ ਇੱਕ ਆਪਾਂ ਬੈਨੀਫਿਟ ਲੈ ਚੁੱਕੀਏ ਇਨੀਸ਼ੀਅਲ ਬੈਚ ਦਾ। ਕਿਉਂਕਿ ਜਦੋਂ ਇੰਨੇ ਸਾਰੇ ਟੈਸਟ ਜਾਨੀ PTE, ਕੇਲ, ਟੋਫਲ, ਆਇਲਟਸ ਐਲੀਜੀਬਲ ਹੋ ਜਾਣਗੇ ਇਸ ਕੈਟਾਗਰੀ ਲਈ, ਬਹੁਤ ਜ਼ਿਆਦਾ ਰਸ਼ ਵਧੇਗਾ ਕੀ ਕਹਿੰਦੇ ਆ ਕੈਨੇਡਾ ਹਾਈ ਕਮਿਸ਼ਨ 'ਚ, ਔਰ ਰਿਜ਼ਲਟਸ 'ਚ ਥੋੜ੍ਹੀ ਜਿਹੀ ਜਿਹਨੂੰ ਕਹਿੰਦੇ ਆ ਪੋਜ਼ੀਟਿਵਿਟੀ ਘਟਦੀ ਨਜ਼ਰ ਆਏਗੀ, ਕਿਉਂਕਿ ਨੰਬਰ ਆਫ ਐਪਲੀਕੇਸ਼ਨ ਵਧੇਗਾ ਹੀ ਵਧੇਗਾ। ਸੋ ਆਪਾਂ ਇਹ ਸਾਰੀ ਚੀਜ਼ ਦਾ ਜੇ ਬੈਨੀਫਿਟ ਲੈਣਾ ਚਾਹੁੰਦੇ ਹਾਂ ਤਾਂ ਅੱਜ ਤੁਸੀਂ ਗਵਰਨਮੈਂਟ ਕਾਲਜਿਸ 1 'ਚ 5.5 ਬੈਂਡ ਨੂੰ ਆਫਰ ਦੇ ਰਹੇ ਨੇ, ਅੱਜ ਮਿਲ ਰਹੀ ਹੈ, ਕੱਲ੍ਹ ਨੂੰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਕਾਲਜਿਸ 'ਚ ਆਫਰ ਲੈਟਰ ਮਿਲਣੀ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏ। ਸੋ ਲੈਂਡਮਾਰਕ ਇਮੀਗ੍ਰੇਸ਼ਨ 70 ਤੋਂ ਪਲੱਸ ਕਾਲਜਿਸ ਰਿਪਰੈਜ਼ੈਂਟ ਕਰਦਾ ਹੈ ਕੈਨੇਡਾ ਦੇ ਡਾਇਰੈਕਟਲੀ। ਜਦੋਂ ਤੁਸੀਂ ਸਾਡੇ ਕੋਲ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਡਾਇਰੈਕਟ ਈਮੇਲ ਆਉਂਦੀ ਹੈ ਕਾਲਜ ਵੱਲੋਂ ਕਿ ਤੁਹਾਡੀ ਆਫਰ ਲੈਟਰ ਅਪਲਾਈ ਹੋ ਸਕੀ, ਔਰ ਨੋਟੀਫਿਕੇਸ਼ਨਸ ਟਾਈਮ ਟੂ ਟਾਈਮ ਸਿਰ ਤੁਹਾਨੂੰ ਡਾਇਰੈਕਟਲੀ ਆਉਂਦੇ ਰਹਿੰਦੇ ਆ ਕਾਲਜਿਸ ਤੋਂ। ਲੈਂਡਮਾਰਕ ਇਮੀਗ੍ਰੇਸ਼ਨ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੈਗੀ, ਤੁਸੀਂ ਸਿਰਫ ਐਪਲੀਕੇਸ਼ਨ ਫੀਸ ਦੇ ਕੇ ਆਪਣਾ ਕੇਸ ਪ੍ਰੋਸੀਡ ਕਰ ਸਕਦੇ ਹੋ। ਸੋ ਕੈਨੇਡਾ ਨੂੰ ਲੈ ਕੇ ਆਈ ਹੋਪ ਪ੍ਰੋਪਰ ਐਡਵਾਈਸ ਤੁਹਾਨੂੰ ਮਿਲ ਗਈ ਹੋਏਗੀ। ਸੋ ਤੁਸੀਂ ਧਿਆਨ ਦੇਣਾ ਜੀ ਇਹਨਾਂ ਚੀਜ਼ਾਂ ਦਾ। ਬਾਕੀ ਹੋਰ ਕੋਈ ਐਡਵਾਈਸ ਚਾਹੀਦੀ ਹੈ, ਲੈਂਡਮਾਰਕ ਇਮੀਗ੍ਰੇਸ਼ਨ ਦੇ ਨੰਬਰ ਆ ਗਏ ਨੇ ਤੁਹਾਡੇ ਕੋਲ, ਨੋਟ ਕਰ ਲਓ ਛੇਤੀ ਤੋਂ ਛੇਤੀ। ਆਫਿਸ ਦੇ ਐਡਰੈਸ ਵੀ ਨੋਟ ਕਰ ਲਓ, ਅਦਰਵਾਈਜ਼ ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰਕੇ ਐਡਰੈਸ ਲੈ ਸਕਦੇ ਹੋ, ਕਿਉਂਕਿ ਕਾਫੀ ਜ਼ਿਆਦਾ ਆਫਿਸਿਸ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ। ਤੁਸੀਂ ਜੋ ਵੀ ਤੁਹਾਨੂੰ ਨਜ਼ਦੀਕ ਪੈਂਦਾ ਤੁਸੀਂ ਉੱਥੇ ਪਹੁੰਚ ਸਕਦੇ ਹੋ। ਸਰ ਨੂੰ ਮਿਲਣਾ ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ मच। मनप्रीत ਨੂੰ ਵੀ ਦਿਓ इजाजत। सत श्री अकाल। हाय, दिस इज शिवाली फ्रॉम लैंडमार्क इमिग्रेशन। हमारे बीच में जो है प्रभसिमरन कौर मैम आए हैं। प्रभसिमरन कौर मैम का वीज़ा आया है, स्टडी वीज़ा। सो मैम से जानते हैं इनकी जर्नी लैंडमार्क के साथ कैसी रही, कौन सा कोर्स, कौन सा कॉलेज और क्या एकेडमिक है, मैम से जानते हैं।
हाय प्रभसिमरन मैम। Hello, ma'am. सो बताएं मैम आपका क्या प्रोफाइल था? मैम मैंने ग्रेजुएशन की थी जी। बैचलर ऑफ आर्ट्स। जी। मेरे सब्जेक्ट्स में मैथ्स था, तो मुझे कोर्स चाहिए था जिसमें थोड़ा मैथ्स हो, उस रिगार्डिंग चाहिए सो था। आपने कौन सा कोर्स लिया है मैम? मेरा मैम IBM है, इंटरनेशनल बिजनेस में। कौन से कॉलेज में जा रहे हैं? एल्गोनक्विन कॉलेज। एल्गोनक्विन में एक्चुअली जा रहे मेरी हैं। सिस्टर थी ना वहाँ पे, तो Okay. मुझे वही कॉलेज चाहिए था पर्टिकुलरली। दैट्स So ग्रेट। that's why. ओके, आपकी अपनी प्रेफरेंस थी। Yes. ठीक है। सो फिर आपका जो है ओवरऑल जर्नी कैसा रहा लैंडमार्क इमिग्रेशन के साथ? कैसे पता चला आपको कि आपने लैंडमार्क आना है? न्यूज़पेपर में ऐड आई थी, तो Okay. वो देख के आए थे। ठीक है। Actually, जर्नी पूरी बहुत स्मूथ थी। ओके, सब कुछ सो easily हो आपने गया। कौन सी ब्रांच से अप्लाई किया था? मैंने चंडीगढ़ ब्रांच से अप्लाई किया था। ठीक है जी। और काउंसलर कौन थे आपके? पूजा प्रसार मैम। ओके, पूजा प्रसाद। ठीक है, कॉन्ग्रेचुलेशंस Thank you, एंड ma'am. थैंक यू। हाय, दिस इज शिवाली फ्रॉम लैंडमार्क इमिग्रेशन। आज हम फिर से एक न्यू सक्सेस स्टोरी के साथ आए हैं। हमारे बीच में जो है कमलजीत कौर मैम का वीज़ा आया है। कमलजीत कौर मैम से जानते हैं कि इनका जर्नी कैसा रहा लैंडमार्क के साथ, इन्होंने कौन सा कोर्स कौन से कॉलेज में अप्लाई किया। हाय मैम। हेलो मैम। सो मैम बताएं, आपने जो है आपका क्या एकेडमिक स्कोर था एंड क्या बैंड स्कोर था एंड पहले रिफ्यूज़ल था या फ्रेश केस था? प्लीज़ एक्सप्लेन कीजिए। मैम मैंने BA किया 2020 में। जी। PTE में मेरे 62 ओवरऑल स्कोर है, नॉट लेस देन 58। जी मैम। एंड लैंडमार्क इमिग्रेशन से मेरी जर्नी बहुत अच्छी रही। इन्होंने मेरा वीज़ा विद इन 6 डेज आफ्टर फाइलिंग सबमिशन। ओके, तो आपको किसने सुजेस्ट किया था लैंडमार्क के लिए? मैम मेरे ब्रदर गए हैं लैंडमार्क के थ्रू, उनके रिकमेंड से मैं आई। ओके मैम। सो आपका फ्रेश केस था या पहले कोई रिफ्यूजल भी था? प्लीज एक्सप्लेन कीजिए। मैम मेरी कनाडा से टूरिस्ट रिफ्यूजल थी, Okay. स्टडी की कोई नहीं थी। जी मैम। सो अभी जो है आपने कौन से कॉलेज में अप्लाई किया है मैम सेंट क्लेयर कॉलेज, और आपका जो है कोर्स क्या है? इवेंट मैनेजमेंट का। इवेंट मैनेजमेंट का कोर्स लिया है। ओके मैम, थैंक यू सो मच एंड कॉन्ग्रेचुलेशंस Thank you. वंस अगेन। हेलो एवरीवन, मैं लीज़ा फ्रॉम लैंडमार्क इमिग्रेशन से। आज हमारे पास एक नई स्टोरी आई है। सो आज सपिंदर कौर का वीज़ा आया है। सो जानते हैं इनकी स्टोरी के बारे में कि कैसे इनका प्रोफाइल है, कहाँ से इनका वीज़ा आया है। सो फर्स्ट ऑफ ऑल कॉन्ग्रेचुलेशन, आपको वीज़ा आ गया है। सो सपिंदर कौर, आप कौन से कॉलेज में जा रहे हो? नॉर्दर्न कॉलेज में जा रही हूँ मैं। ओके, क्या प्रोफाइल है आपका? मैम मैंने MCA किया है, 2018 पास आउट हूँ। Okay. हाँ जी। ओके, सो का रिफ्यूजल भी है? हाँ जी, 2 रिफ्यूजल से। ओके, सो कितने दिन में वीज़ा आया आपका? मैम विद इन 1 मंथ मेरा वीज़ा आ गया। ओके, सो आपको लैंडमार्क के बारे में कैसे पता चला? मैम सोशल मीडिया तो ओके ओके, हाँ तो जी। कैसे रही अपने लैंडमार्क के सर्विसेज के बारे में? बहुत ही ज़्यादा बढ़िया रही मैम। स्पेशल लीजा मैम जो कि तो CEO काउंसलर से मेरे एंड मोहित सर, Okay. स्पेशल थैंक्स टू यू। ओके, थैंक यू सो मच। फिर आप क्या कहना चाहेंगे लैंडमार्क के बारे में? मैं ਇਹੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਸਾਰਿਆਂ ਨੂੰ ਕਿ ਅਗਰ ਤੁਸੀਂ ਵੀ ਆਪਣਾ ਵੀਜ਼ਾ ਫਸਟ ਅਟੈਂਪਟ ਚਾਹੁੰਦੇ ਹੋ ਤਾਂ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਹੀ ਅਪਲਾਈ ਕਰਨਾ ਚਾਹੀਦਾ ਹੈ। ਅਗਰ ਰਿਫਿਊਜ਼ਲ ਵੀ ਆ ਤਾਂ ਡਰਨਾ ਨਹੀਂ, ਇੱਥੇ ਆਓ ਤੇ ਆਪਣਾ ਵੀਜ਼ਾ ਪਾਓ। थैंक यू मैम। थैंक यू जी। हेलो एवरीवन, मैं उषा शर्मा फ्रॉम लैंडमार्क इमिग्रेशन से आई है एक नई स्टोरी के साथ जिनका डिपेंडेंट वीज़ा जो है लैंडमार्क के थ्रू आया है। तो आइए इनसे पूछते हैं। हेलो सर, कॉन्ग्रेचुलेशन वंस अगेन। सिमरनजीत जी, आप मुझे बताइए आपने कहाँ से अप्लाई किया था? मैडम मैं जलंधर से बिलोंग करता हूँ। मैंने जलंधर ब्रांच में पहले विज़िट किया था। सो उन्होंने मेरे को गाइड किया पूरा। मैंने पहले अपनी वाइफ का स्टूडेंट वीज़ा अप्लाई किया था लैंडमार्क के थ्रू। फिर उसके 6 मंथ्स बाद मैंने अपना स्पाउस वीज़ा अचीव किया है। ओके, तो मतलब कि आपकी वाइफ की स्टडी कितने साल की थी? मैं 2 ईयर का कोर्स है उसका। 2 ईयर का हाँ कोर्स जी। था। ओके, तो आफ्टर 6 मंथ बाद आपका वीज़ा हाँ जी। आपका लग गया। हाँ तो जी। डॉक्यूमेंट वगैरह फाइलिंग प्रोसेस आपका किस तरह से था लैंडमार्क से? मैं एवरीथिंग वाज स्मूथ, अच्छा था सब। गाइड बहुत अच्छा किया लैंडमार्क ने। तो आप क्या कहना चाहेंगे इनको? कि सबको यही कहना चाहूँगा कि लैंडमार्क के पास आइए, अच्छा गाइड करते हैं, कोई भी किसी की तरह भी प्रॉब्लम नहीं है, अच्छा काम है और जल्दी जल्दी वीज़ा लगवा के जाइए। ओके सर, थैंक यू, कॉन्ग्रेचुलेशन। गुड मॉर्निंग फ्रेंड्स, मैं शिवानी शर्मा फ्रॉम लैंडमार्क इमिग्रेशन। आज मैं एक न्यू सक्सेस स्टोरी लेके आई हूँ। आपके साथ बताना चाहती हूँ कि अमरजीत कौर जी का वीज़ा आया है और ये हमारे अमरजीत मैम हैं जिनका वीज़ा आया है और इनके बेटे की भी छोटी एज में ही वीज़ा आया। मैम कितनी एज थी आपके बेटे की? 16 years। 16 ईयर की। कैसी रही आपकी सर्विसेज लैंडमार्क की? बहुत बढ़िया जी, गुड रही, बहुत बढ़िया। एंड आपके काउंसलर कौन थे मैम? काउंसलर मेरे उषा मैम, और केस फाइलर मैम? देविका मैम। ओके मैम, कितने टाइम में आपका वीज़ा आ गया है? मैम मेरा बायोमेट्रिक आफ्टर ते 10 डेज दे बाद। ओके, कॉन्ग्रेचुलेसन वंस अगेन मैम। Thank एंड मैम आप लैंडमार्क में क्या बताना चाहेंगे लैंडमार्क के बारे में? बहुत अच्छी सर्विस थी मैम। ऑडियंस को अपना बताइए, आप क्या रेकमेंड करेंगे? हाँ जी, मैं कहूँगी भी इन्हों को ज़रूर आओ
ਤੇ ਆਪਣੇ ਵੀਜ਼ੇ ਲੈ ਕੇ ਜਾਓ। ओके थैंक यू सो मच मैम। हाँ जी मैम, थैंक यू जी।